ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼। ਮੈਂ ਹਾਂ ਕੇਪੀ ਸਿੰਘ। ਡੀਐਸਸੀਐਮਸੀ ਚੋਣਾਂ 'ਚ ਵਾਅਦਿਆਂ ਵਾਲੇ ਮੈਨੀਫੈਸਟੋ ਜਾਰੀ ਕਰ ਦਿੱਤੇ ਗਏ ਨੇ। ਧਰਮ ਪ੍ਰਚਾਰ ਦੇ ਨਾਲ ਸਿਹਤ ਸਿੱਖਿਆ ਨੂੰ ਵੀ ਸਾਰੀਆਂ ਧਿਰਾਂ ਨੇ ਤਰਜੀਹ ਦਿੱਤੀ ਹੈ। ਮਨਜੀਤ ਸਿੰਘ ਜੀਕੇ ਦੀ ਅਗਵਾਈ ਵਾਲੀ ਮੌਜੂਦਾ ਕਮੇਟੀ ਨੇ ਵੀ ਆਪਣੇ ਵਚਨ ਸੰਗਤ ਅੱਗੇ ਰੱਖ ਦਿੱਤੇ ਹੈ। ਤੇ ਅੱਜ ਇਸੇ ਮੁੱਦੇ ਕਰਾਂਗੇ ਚਰਚਾ, ਕਿਸ ਦੇ ਵਾਅਦੇ ਕਿੰਨੇ ਦਮਦਾਰ। ਡੀਐਸਸੀਐਮਸੀ ਚੋਣਾਂ 'ਚ ਸਾਰੀਆਂ ਧਿਰਾਂ ਨੇ ਆਪਣਾ ਫੋਕਸ ਦੱਸ ਦਿੱਤਾ। ਇਹਨਾਂ 'ਚੋਂ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਾਲੀ ਕਮੇਟੀ ਦਾ ਮੈਨੀਫੈਸਟੋ ਵੀ ਜਾਰੀ ਹੋਇਆ। ਸਿੱਖਿਆ ਤੇ ਵੱਖਰੀ ਚਰਚਾ ਜ਼ਰੂਰਤ ਹੈ, ਉਸ ਦੀ ਵੱਖਰੀ ਰਿਪੋਰਟ ਵੀ ਤੁਹਾਨੂੰ ਦਿਖਾਵਾਂਗੇ। ਬਾਕੀ ਮੁੱਦਿਆਂ ਤੇ ਡੀਐਸਸੀਐਮਸੀ ਤੇ ਕਾਬਜ਼ ਮੌਜੂਦਾ ਧਿਰ ਦਾ ਰੋਡ ਮੈਪ ਕੀ ਹੈ, ਉਹ ਰਿਪੋਰਟ ਤੁਹਾਨੂੰ ਦਿਖਾਉਂਦੇ ਆ। ਫਿਰ ਸਾਰੀਆਂ ਧਿਰਾਂ ਤੋਂ ਪੁੱਛਾਂਗੇ ਸਵਾਲ ਕਿ ਹਕੀਕਤ ਦੀ ਜ਼ਮੀਨ ਤੇ ਕਿਸ ਦਾ ਰੋਡ ਮੈਪ ਖਰਾ ਸਾਬਤ ਹੋਵੇਗਾ। ਮਨਜੀਤ ਸਿੰਘ ਜੀਕੇ ਦੀ ਅਗਵਾਈ ਵਾਲੀ ਕਮੇਟੀ ਦਾ ਦਾਅਵਾ ਹੈ ਕਿ ਧਰਮ ਪ੍ਰਚਾਰ ਦੇ ਲਈ ਉਹਨਾਂ ਨੇ ਲਾਮਿਸਾਲ ਕੰਮ ਕੀਤੇ ਨੇ। ਅਗਲਾ ਟੀਚਾ ਇਹ ਹੈ ਕਿ ਅਣਗੋਲੀਆਂ ਯਾਦਗਾਰਾਂ ਦੀ ਸਥਾਪਨਾ ਕਰਾਈ ਜਾਏਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਤੇ ਮਹਾਨ ਸਿੱਖ ਜਰਨੈਲਾਂ ਦੀ 320ਵੀਂ ਸ਼ਤਾਬਦੀ ਨੂੰ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ। ਦਿੱਲੀ ਦੇ ਵਿੱਚ ਮਹੀਨਾਵਾਰ ਕੀਰਤਨ ਅਤੇ ਕਥਾ ਦੀਵਾਨ ਸਜਾਏ ਜਾਣਗੇ। ਖਾਲਸਾ ਹੈਰੀਟੇਜ ਐਂਡ ਵਰਕਸ਼ਾਪ, ਸਿੱਖ ਆਰਟ ਸੈਂਟਰ, ਗੁਰਮਤਿ ਟਕਸਾਲ ਦੀ ਸਥਾਪਨਾ ਕੀਤੀ ਜਾਏਗੀ। ਭਾਈ ਲੱਖੀ ਸ਼ਾਹ ਵਣਜਾਰਾ ਵਰਕਸ਼ਾਪ, ਭਾਈ ਮੱਖਣ ਸ਼ਾਹ ਲੁਬਾਣਾ ਹਾਟ ਬਣਾਉਣ ਦੇ ਨਾਲ ਪੱਛਮੀ ਦਿੱਲੀ ਦੇ ਵਿੱਚ ਮਲਟੀਪਰਪਸ ਹਾਲ बनाया जाएगा और इस नाल ही खालसा मोबाइल लाइब्रेरी बनाई जाएगी। 2019 में गुरु नानक पातशाह का 550 साल जन्म शताब्दी आ रही है और 550 साल जन्म शताब्दी को समर्पित होके हम हिंदुस्तान में जहां जहां भी गुरु नानक पातशाह की छोह प्राप्त स्थान है, चाहे वो सिक्किम में है, चाहे वो लेह लद्दाख में है, चाहे हिंदुस्तान के किसी भी भाग में है, वहां पे दिल्ली गुरुद्वारा कमेटी की तरफ से कीर्तन दरबार कराए जाएंगे। अमृतसर की हम यात्रा जो है 5 वर्षों में हमारी कोशिश रहेगी कि दिल्ली के अलग अलग इलाकों से श्री दरबार साहब के लिए बसेस द्वारा लोगों को भेजा जाएगा। 1984 ਸਿੱਖ ਨਸਲ ਕੁਸ਼ੀ ਦੇ ਇਨਸਾਫ ਲਈ ਲੜਾਈ ਜਾਰੀ ਰਹੇਗੀ। 1984 ਪੀੜਤ ਵਿਧਵਾਵਾਂ ਲਈ ਹੈਲਥ ਇੰਸ਼ੋਰੈਂਸ, 84 ਪੀੜਤ ਵਿਧਵਾਵਾਂ ਦੇ ਫਲੈਟਾਂ ਦੀ ਲੋੜੀਂਦੀ ਮੁਰੰਮਤ ਕਰਾਈ ਜਾਏਗੀ। 84 ਪੀੜਤ ਵਿਧਵਾਵਾਂ ਨੂੰ ਫਲੈਟ ਦੇ ਮਾਲਕਾਨਾ ਹੱਕ ਲਈ ਜਦੋਜਹਿਦ ਕੀਤੀ ਜਾਏਗੀ। 1984 विडोज के फ्लैट हैं जो दिल्ली सरकार के पास है, इनकी रिपेयर मेंटेनेंस तो हम करेंगे, लेकिन इनका मालकाना हक के लिए हम दिल्ली सरकार के साथ जद्दोजहद करेंगे ताकि इनके जो मालकाना हक हैं वो इनको दिए जाएं। ਸਿਹਤ ਉਤੇ ਫੋਕਸ ਦੇਣ ਦਾ ਵੀ ਵਾਅਦਾ ਕੀਤਾ ਗਿਆ। ਦਿੱਲੀ ਦੇ ਵਿੱਚ ਖਾਲਸਾ ਡਿਸਪੈਂਸਰੀਆਂ ਖੋਲੀਆਂ ਜਾਣਗੀਆਂ। ਗੁਰਦੁਆਰਾ ਬਾਲਾ ਸਾਹਿਬ ਦਾ ਕੰਮ ਮੁਕੰਮਲ ਕਰਕੇ 500 ਬਿਸਤਰਿਆਂ ਦਾ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਵਾਅਦਾ ਵੀ ਕੀਤਾ ਗਿਆ। ਇੱਕ ਮੁਲਾਜ਼ਮ ਇੱਕ ਮਕਾਨ ਸਕੀਮ ਲਾਗੂ ਕੀਤੀ ਜਾਏਗੀ ਅਤੇ ਸਮੇਂ ਦੇ ਹਾਣੀ ਬਣਨ ਦੇ ਲਈ ਦਿੱਲੀ ਕਮੇਟੀ ਦਾ ਮੋਬਾਈਲ ਐਪ ਬਣਾਇਆ ਜਾਵੇਗਾ। ਇਸੇ ਖਾਸ ਚਰਚਾ ਜ਼ਰੂਰਤ ਹੈਗੀ ਆ। ਖਾਸ ਮਹਿਮਾਨ ਸਾਡਾ ਮੌਜੂਦ ਹੈ। ਪਹਿਲਾਂ ਉਹਨੂੰ ਤੁਹਾਡਾ ਤਾਰਫ ਕਰਾ ਦਈਏ, ਫਿਰ ਪੁੱਛਾਂਗੇ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਆ ਜਿਹੜੇ ਉਸ ਨੂੰ ਹਕੀਕਤ ਦੀ ਜ਼ਮੀਨ ਤੇ ਕਿਵੇਂ ਉਤਾਰਿਆ ਜਾਵੇ, ਕਿਉਂਕਿ ਇਹ ਵਾਅਦੇ ਬਹੁਤ ਕੀਤੇ ਜਾਂਦੇ ਆ, ਪਹਿਲਾਂ ਵੀ ਕੀਤੇ ਜਾਂਦੇ ਸੀ ਤੇ ਹੁਣ ਵੀ ਕੀਤੇ ਜਾ ਰਹੇ ਹੈਗੇ ਤੇ ਇਹਨਾਂ ਵਾਅਦਿਆਂ ਨੂੰ ਪੂਰਾ ਕਿਵੇਂ ਕੀਤਾ ਜਾਵੇਗਾ, ਸਵਾਲ ਇਹ ਹੈਗਾ। ਤੇ ਖਾਸ ਮਹਿਮਾਨ ਸਾਡਾ ਮੌਜੂਦ ਹੈਗੇ ਕੁਲਮੋਹਨ ਸਿੰਘ, ਸ਼੍ਰੋਮਣੀ ਅਕਾਲੀ ਦਲ ਬਾਲ ਦੀ ਨੁਮਾਇੰਦਗੀ ਕਰਦੇ ਆ ਤੇ ਇਹਨਾਂ ਨੂੰ ਮੈਨੀਫੈਸਟੋ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿ ਮੈਨੀਫੈਸਟੋ ਵਿੱਚ ਵਾਅਦੇ ਆ ਜਿਹੜੇ ਉਹ ਪੂਰੇ ਕਿਵੇਂ ਕਰਨੇ ਹੈਗੇ ਆ। ਇਹਨਾਂ ਤੋਂ ਪੁੱਛਾਂਗੇ ਕਿਵੇਂ ਪੂਰੇ ਕਰੋਗੇ। ਤੇ ਗੁਰਦਰਸ਼ਨ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਰਨਾ ਧੜੇ ਤੇ ਨੁਮਾਇੰਦੇ ਨੇ। ਗੁਰਦਰਸ਼ਨ ਸਿੰਘ ਢਿੱਲੋਂ ਪ੍ਰੋਫੈਸਰ ਵੀ ਰਹੇ ਨੇ ਤੇ ਇਹਨਾਂ ਤੋਂ ਸਮਝਾਂਗੇ ਕਿ ਕੀ ਕੁਛ ਇਹਨਾਂ ਵਾਅਦਿਆਂ ਦੇ ਵਿੱਚ ਅਸਲ ਵਿੱਚ ਹੈਗਾ। ਗੁਰਦਰਸ਼ਨ ਸਿੰਘ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਕੁਲਮੋਹਨ ਸਿੰਘ ਤੁਹਾਡਾ ਬਹੁਤ ਸਵਾਗਤ। ਸਰਬਜੋਤ ਸਿੰਘ ਗਰੋਵਰ ਜਿਹੜੇ ਆਪਣੇ ਆਪ ਨੂੰ ਪ੍ਰਧਾਨ ਦੱਸਦੇ ਆ ਪੰਥਕ ਸੇਵਾ ਦਲ ਦੇ, ਤੇ ਪੰਥਕ ਸੇਵਾ ਦਲ ਕਿਸ ਏਜੰਡੇ ਤਹਿਤ ਇਸ ਮੈਦਾਨ ਵਿੱਚ ਉਤਰਿਆ ਹੈਗਾ ਉਹ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਵੱਖ ਕਿਉਂ ਹੋ ਗਏ ਰਾਹ ਇਹਨਾਂ ਦੇ ਉਹ ਵੀ ਪੁੱਛਾਂਗੇ। ਪ੍ਰੇਮਜੀਤ ਸਿੰਘ ਚੱਡਾ ਜਿਹੜੇ ਕਿ ਸਿੱਖ ਬੁੱਧੀਜੀਵੀ ਨੇ ਤੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖਾਂ ਦੇ ਮਸਲੇ ਜਿਹੜੇ ਹੈਗੇ ਆ ਉਸ ਨੂੰ ਮੈਨੀਫੈਸਟੋ ਵਿੱਚ ਤਰਜੀਹ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ। ਪ੍ਰੇਮਜੀਤ ਸਿੰਘ ਚੱਡਾ ਤੁਹਾਡਾ ਬਹੁਤ ਸਵਾਗਤ ਹੈ। ਗਰੋਵਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਕੁਲਮੋਹਨ ਸਿੰਘ ਪਹਿਲਾ ਸਵਾਲ ਤੁਹਾਡਾ ਹੀ ਬਣਦਾ ਹੈ। ਮੈਨੀਫੈਸਟੋ ਤੁਸੀਂ ਜਾਰੀ ਕੀਤਾ ਹੈਗਾ, ਮੈਨੀਫੈਸਟੋ ਨੂੰ ਪਹਿਲਾਂ ਤਾਂ ਵਕਤ ਲਾਇਆ, ਇਹ ਵਕਤ ਕਿਉਂ ਲਾਇਆ ਤੇ ਜੇ ਵਕਤ ਲਾਇਆ ਤਾਂ ਇਸ ਵਿੱਚ ਜਿਹੜੇ ਵਾਅਦੇ ਕੀਤੇ ਗਏ ਉਸ ਨੂੰ ਪੂਰਾ ਕਰੋਗੇ ਕਿਵੇਂ? ਮੈਨੀਫੈਸਟੋ ਜਿਹੜਾ ਹੈ ਇਹ ਭਵਿੱਖ ਦੀ ਇੱਕ ਰੂਪਰੇਖਾ ਹੈ, ਇੱਕ ਰੋਡ ਮੈਪ ਹੈ ਕਿ 4 ਸਾਲ ਦੇ ਅੰਦਰ ਜਿਹੜੇ ਕਾਰਜ ਕੀਤੇ ਨੇ। 4 ਸਾਲ ਪਹਿਲਾਂ ਜੋ ਅਸੀਂ ਮੈਨੀਫੈਸਟੋ ਤੁਹਾਡੇ ਸਾਹਮਣੇ ਲੈ ਕੇ ਆਏ ਸੀ, ਮੈਂ ਤੇ ਨਹੀਂ ਕਹਿੰਦਾ ਕਿ 100% ਪੂਰਾ ਹੋ ਗਿਆ ਹੋਵੇਗਾ। ਮੈਂ ਹੀ ਪੁੱਛਣਾ ਸੀ ਕਿੰਨੇ ਪਰਸੈਂਟ ਪੂਰਾ ਕੀਤਾ? ਨਹੀਂ, ਮੈਂ ਉਹਦੇ ਪਹਿਲਾਂ ਹੀ ਮੈਂ ਤੁਹਾਨੂੰ ਗੱਲ ਕਰ ਰਿਹਾ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਦੇ ਵਿੱਚੋਂ ਮੈਕਸਿਮਮ, ਯਾਨੀ ਕਿ ਅਸੀਂ
ਮੈਂ ਕਹਿ ਸਕਦਾ ਕਿ 90% ਦੀ ਕਾਰਜ ਉਹਦੇ ਚ ਪੂਰੇ ਹੋਏ। ਕੋਈ ਟੈਕਨੀਕਲੀ ਕਾਰਜ ਨਹੀਂ ਪੂਰੇ ਹੋ 90 ਨੰਬਰ ਦੇ ਕੇ ਤੁਹਾਨੂੰ ਅੱਗੇ ਚੱਲੀਏ ਲੇਕਿਨ ਕਲਮੋਹਨ ਸਿੰਘ ਜੀ, 90 ਨੰਬਰ ਦੇ ਕੇ ਤੁਹਾਨੂੰ ਅੱਗੇ ਤੁਰੀਏ। ਇਹ ਫੈਸਲਾ ਮੇਰੇ ਕੋਲ 26 ਤਾਰੀਖ ਨੂੰ ਸੰਗਤ ਕਰੇਗੀ ਕਿ ਭਈ ਕਿੰਨੇ ਨੰਬਰ ਸਾਨੂੰ ਦੇਣਗੇ। ਲੇਕਿਨ ਮੈਨੂੰ ਇਹ ਉਮੀਦ ਹੈ ਕਿ ਸੰਗਤ ਨੇ ਸਾਡੇ ਕਾਰਜ ਆਪ ਦੇਖੇ ਨੇ ਔਰ ਉਹ ਕਾਰਜਾਂ ਦੇ ਉੱਤੇ ਔਰ ਅੱਗੇ ਸਾਡੇ ਕੋਲ ਕਿੰਨੀਆਂ ਲੋਕਾਂ ਨੂੰ ਉਮੀਦਾਂ ਨੇ। ਇਸ ਕਰਕੇ ਮੈਨੀਫੈਸਟੋ ਡਰਾਫਟ ਕਰਨ ਦੇ ਵਿਚਕਾਰ ਸਾਨੂੰ ਕੋਈ ਸਮਾਂ ਲੱਗਾ ਔਰ ਨਾਲ ਹੀ ਕੋਈ ਸਾਡੇ ਜਿਹੜਾ ਬੈਲਟ ਸਾਡਾ ਜਿਹੜਾ ਆਪਣਾ ਚੋਣ ਨਿਸ਼ਾਨ ਸੀ ਉਹ ਦਿੱਲੀ ਸਰਕਾਰ ਵੱਲੋਂ ਜਾਂ ਜਿਹੜੇ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਹੈ, ਮੈਂ ਦਿੱਲੀ ਸਰਕਾਰ ਨੂੰ ਨਹੀਂ ਕਹਿ ਰਿਹਾ, ਲੇਕਿਨ ਉਹ ਨਾ ਕਲੀਅਰ ਕਰਨ ਕਰਕੇ ਲਾਸਟ ਮੂਮੈਂਟ ਤੇ ਜਾ ਕੇ ਕੋਰਟ ਚਲੋ ਹੁਣ ਤੁਸੀਂ ਸੰਤੁਸ਼ਟ ਹੋ ਇਹ ਮੈਨੀਫੈਸਟੋ ਤੋਂ? ਹਾਂਜੀ, ਇਹ ਮੈਨੀਫੈਸਟੋ ਤੋਂ ਸੰਤੁਸ਼ਟ ਹੋ ਜਿਹੜਾ ਤੁਸੀਂ ਤਿਆਰ ਕੀਤਾ? ਬਿਲਕੁਲ ਸੰਤੁਸ਼ਟ ਹਾਂ ਜੀ। ਕਿ ਇਹਦੇ ਵਿੱਚ ਕੋਈ ਕਮੀ ਤਾਂ ਨਹੀਂ ਹੈਗੀ? ਕੋਈ ਕਮੀ ਨਹੀਂ ਹੈ। ਅੱਛਾ, ਇਹਨੂੰ 100 ਨੰਬਰ ਦੇ ਕੇ ਚੱਲੀਏ ਇਸ ਮੈਨੀਫੈਸਟੋ ਨੂੰ? ਮੈਂ ਤੇ ਕਹਿਣਾ ਜੀ ਕਿ 200 ਨੰਬਰ ਦੇ ਕੇ ਚੱਲੋ। ਚਲੋ ਠੀਕ ਹੈ 200 ਨੰਬਰ ਦੇ ਕੇ ਅੱਗੇ ਤੁਰਾ ਜਾਵੇ। ਢਿੱਲੋਂ ਸਾਹਿਬ ਜੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਕੁਝ ਹੋਰ ਸੋਚਦਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੁਝ ਹੋਰ ਸੋਚਦਾ ਹੈਗਾ। ਤੁਸੀਂ ਜਿਹੜੀ ਸੋਚ ਲੈ ਕੇ ਤੁਰੇ ਹੈਗੇ ਹੋ, ਤੁਸੀਂ ਇਹਨਾਂ ਨੂੰ ਇਹ ਆਪਣੇ ਆਪ ਨੂੰ 90% ਕਰੈਕਟ ਦੱਸਦੇ ਪਏ ਆ। ਤੁਸੀਂ ਕਿੰਨੇ ਫੀਸਦੀ ਇਹਨਾਂ ਨੂੰ ਕਰੈਕਟ ਦੱਸੋਗੇ ਤੇ ਫਿਰ ਆਪਦਾ ਵੀ ਦੱਸ ਦਿਓ। ਤੁਸੀਂ ਆਪਦੇ ਕਾਰਜਕਾਲ ਦੇ ਵੀ ਨੰਬਰ ਆਪਦੇ ਆਪ ਨੂੰ ਦਈਓ, ਫਿਰ ਮੈਂ ਉਹ ਵੀ ਸਵਾਲ ਕਰੂੰਗਾ। ਮੈਂ ਤਾਂ ਇਹਨਾਂ ਨੂੰ 9 ਉਡਾ ਕੇ 0 ਦੇਣਾ ਚਾਹੁੰਦਾ। ਚਲੋ ਠੀਕ ਹੈ, ਤੁਸੀਂ 0 ਇਹਨਾਂ ਦਾ ਸਾਰਾ ਪਿਛਲਾ ਮੈਨੀਫੈਸਟੋ ਵੀ ਬ੍ਰੋਕਨ ਪ੍ਰੋਮਿਸਿਸ ਦੇ ਉੱਤੇ ਆਧਾਰਿਤ ਹੈ। ਜਿਹੜੀ ਐਜੂਕੇਸ਼ਨ ਦੀ ਗੱਲ ਕਰਦੇ ਆ, ਐਜੂਕੇਸ਼ਨ ਦਾ ਬਾਅਦ ਚਾਹੂੰਗਾ ਦੱਸਣਾ। ਚਲੋ ਜੋ ਵੀ ਇਹ ਗੱਲ ਕਰਦੇ ਆ ਉਸ ਦੇ ਚ ਨਾ ਤਾਂ ਕੁਆਲਿਟੀ ਆ, ਨਾ ਕੋਈ ਕਮਿਟਮੈਂਟ ਆ, ਨਾ ਕੋਈ ਓਨੈਸਟੀ ਆ, ਨਾ ਕੋਈ ਇੰਟੈਗ੍ਰਿਟੀ ਆ। ਸਿੰਪਲੀ ਇਹ ਪੇਪਰ ਬੈਗਸ ਹੈਗੇ ਆ, ਸਿਰਫ ਮੀਡੀਆ ਨੂੰ ਇੰਪ੍ਰੈਸ ਚਲੋ ਇਹਨਾਂ ਦੇ ਪੇਪਰ ਬੈਗ ਔਰ ਲੋਕਾਂ ਨੂੰ ਵੋਟਰਸ ਨੂੰ ਗੁੰਮਰਾਹ ਕਰਨ। ਇਹਨਾਂ ਦਾ ਪੇਪਰ ਬੈਗ ਆ, ਤੁਹਾਡਾ ਕਿਹੜਾ ਬੈਗ ਹੈ? ਸਾਡਾ ਤਾਂ ਇੱਕ ਪ੍ਰੋਮਿਸਿਸ ਆ ਜਿਹੜਾ ਪਿਛਲੇ 3 ਵਾਰੀ, ਇਸ ਪਿਛਲੇ ਤੋਂ 3 ਵਾਰੀ ਜਿਹੜੀ ਸਰਨਾ ਸਾਹਿਬ ਨੇ ਜੋ ਵੀ ਕਾਰਵਾਈ ਕੀਤੀ ਆ ਉਹ ਦੁਨੀਆ ਦੇ ਸਾਹਮਣੇ ਆ, ਉਹ ਕੰਕਰੀਟ ਆ, ਉਸ ਦੇ ਮਤਲਬ ਪੋਜ਼ਿਟਿਵ ਰਿਜ਼ਲਟਸ ਹੈਗੇ ਔਰ ਲੋਕ ਮੈਂ ਇੱਕ ਕਰਕੇ ਸਵਾਲ ਤੁਹਾਨੂੰ ਕਰਨਾ ਚਾਹੂੰਗਾ। ਢਿੱਲੋਂ ਸਾਹਿਬ 84 ਦੇ ਜਿਹੜੇ ਵਿਕਟਮਸ ਹੈਗੇ ਉਹਨਾਂ ਲਈ ਤੁਸੀਂ ਕੀ ਕੀਤਾ ਸੀ? 84 ਦੇ ਵਿਕਟਮਸ ਦੇ ਜਿਹੜੇ ਸਾਰੇ ਕੇਸਿਸ ਸੀ ਉਹਨਾਂ ਦੀ ਹਰ ਮਸਲੇ ਦੇ ਉੱਤੇ, ਹਰ ਸਟੈਪ ਦੇ ਉੱਤੇ ਉਹਨਾਂ ਨਾਲ ਵਚਨਬੱਧਤਾ। ਕਿਹੜਾ ਸਟੈਪ ਹੈ ਗਨਾਓ? ਉਹਨਾਂ ਨੇ ਜਿੰਨੇ ਵੀ ਕੇਸ ਚੱਲਦੇ ਸੀ, ਜਿਹੜੇ ਵੀ ਵਕੀਲ ਸੀ ਉਹਨਾਂ ਨੂੰ ਖੜਾ ਕੀਤਾ, ਉਹਨਾਂ ਨੂੰ ਪੇਮੈਂਟ ਫੁਲਕਾ ਸਾਹਿਬ ਆਪੇ ਸੀ, ਬਟ ਪੇਮੈਂਟ ਵਾਸ ਮੇਡ ਥਰੂ ਦੇ ਡੀਜੀਪੀ। ਉਹ ਤਾਂ ਕਹਿੰਦੇ ਪੇਮੈਂਟ ਨੋ ਉਹਨਾਂ ਨੂੰ ਪੇਮੈਂਟ ਗਈ ਆ, ਉਹਨਾਂ ਦੇ ਇਹ ਤਾਂ ਅਕਾਊਂਟ ਚੋਂ ਗਈ ਆ, ਚੈੱਕ ਰਾਹੀਂ ਗਈ ਆ। ਤੁਸੀਂ ਜੋ ਮਰਜ਼ੀ ਕਹੇ, ਸਾਨੂੰ ਪੇਮੈਂਟ ਕੀਤੀ ਹੈ, ਹੋਰ ਕੀ ਕੀਤਾ? ਹੋਰ ਵੀ ਜੋ ਵੀ ਉਹਨਾਂ ਦੀ ਹੈਲਪ ਹੋ ਸਕਦੀ ਸੀ, ਉਹਨਾਂ ਦੇ ਸੀ ਕਿ ਬਈ ਲੰਗਰ ਇਹਨਾਂ ਨੂੰ ਜਾਓ ਲੰਗਰ ਦਿਓ ਜਾ ਕੇ ਮੁਜਰਾ ਕਰਨ। ਇਹ ਸ਼ਬਦ ਵਰਤਿਆ ਜਿਹੜਾ ਮੈਂ ਅੱਜ ਟੀਵੀ ਚੈਨਲ ਤੇ ਵਰਤਣਾ ਨਹੀਂ ਚਾਹੁੰਦਾ ਸੀ। ਰੱਬ ਦਾ ਵਾਸਤਾ ਇਹੋ ਜਿਹੀ ਸ਼ਬਦ ਨਾ ਵਰਤੋ। ਇਹੋ ਜੀਆਂ ਸ਼ਲੀਲ ਗੱਲਾਂ ਕਰਨ ਦਾ ਢਿੱਲੋਂ ਸਾਹਿਬ ਅਸੀਂ ਤੱਥਾਂ ਦੇ ਆਧਾਰ ਤੇ ਅਸੀਂ ਕਹਿ ਰਹੇ ਪੇਪਰ ਬੈਗ ਨਾ ਕਰ। ਤੁਸੀਂ ਆਪਦੇ ਵਾਅਦੇ ਵੀ ਕਰਾਓ ਨਾ। 10-12 ਸਾਲ ਤੁਸੀਂ ਵੀ ਰਾਜ ਕੀਤਾ ਹੈਗਾ। ਅਸੀਂ 10 ਮੈਂ ਸੇਵਾ ਨਹੀਂ ਕਹੂੰਗਾ, ਰਾਜ ਕਹੂੰਗਾ। 10-12 ਸਾਲ ਨਹੀਂ, ਰਾਜ ਤਾਂ ਕੋਈ ਇਸ ਕਿਸਮ ਦਾ ਹੈ ਹੀ ਨਹੀਂ ਕਿ ਉਹਨਾਂ ਕੋਲ ਕੋਈ ਅਥਾਰਟੀ ਤਾਂ ਹੈ। ਤੁਸੀਂ ਸੇਵਾ ਮੰਨਦੇ ਹੋ? ਸੇਵਾ, ਐਬਸੋਲੂਟਲੀ ਸੇਵਾ। ਇਹੋ ਜਿਹੇ ਇਲਜ਼ਾਮ ਲਾ ਕੇ ਅਸੀਂ ਸੇਵਾ ਕਹੀਏ ਇਹਨੂੰ? ਕਿਹੜਾ ਇਲਜ਼ਾਮ? ਜਿਹੜੇ ਇਲਜ਼ਾਮ ਤੁਸੀਂ ਇੱਕ ਦੂਜੇ ਤੇ ਲਾਉਨੇ ਹੋ, ਇਸ ਨੂੰ ਸੇਵਾ ਦਾ ਨਾਮ ਦਿੱਤਾ ਜਾਊਗਾ? ਅਸੀਂ ਤਾਂ ਕੰਕਰੀਟ ਗੱਲ ਕਰ ਰਹੇ ਹਾਂ, ਸੋਲਿਡ ਗੱਲ ਕਰ ਰਹੇ ਹਾਂ, ਟਰੂਥਫੁਲ ਗੱਲ ਕਰ ਵਾਪਸ ਆਉਂਗਾ। ਢਿੱਲੋਂ ਸਾਹਿਬ ਸੱਚਾਈ ਤੇ ਢਿੱਲੋਂ ਸਾਹਿਬ ਨੂੰ 2-3 ਸਵਾਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ। ਅਜੇ ਨਹੀਂ, ਤੁਸੀਂ ਗੱਲ ਠੀਕ ਹੈ ਕਲਮੋਹਨ ਜੀ, ਪੁੱਛ ਲਿਓ। ਤੁਸੀਂ ਪੰਥਕ ਸੇਵਾ ਦਲ, ਤੁਸੀਂ ਸੇਵਾ ਵਾਲਾ ਸ਼ਬਦ ਹੈ ਜਿਹੜਾ ਅਡਾਪਟ ਇਸ ਲਈ ਕੀਤਾ ਹੈਗਾ ਕਿ ਤੁਸੀਂ ਆਪਦੇ ਨੂੰ ਦਿਖਾ ਸਕੋ ਕਿ ਤੁਸੀਂ ਸੇਵਾ ਕਰਨ ਆਏ ਹੋ, ਪਰ ਇਹ ਸੇਵਾ ਦੇ ਵਿਚਾਲੇ ਪਹਿਲੇ ਤਰੇੜ ਪਈ ਹੋਈ ਤੁਹਾਡੀ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਮੈਂ ਤੁਹਾਡੀ ਇਸ ਗੱਲ ਤੋਂ ਸਹਿਮਤ ਹਾਂ। ਤੇ ਪਹਿਲੇ ਸਭ ਤੋਂ ਮੈਂ ਤੁਹਾਨੂੰ ਇਹ ਕਲੈਰੀਫਾਈ ਕਰ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਕੁਝ ਲੋਕ ਟਰੈਕਟਰ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਨੇ, ਮੈਂ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਨਹੀਂ ਆਇਆ। ਮੈਂ ਐਗਜ਼ੈਕਟ ਪੰਥਕ ਸੇਵਾ ਦਲ ਨੂੰ ਰਿਪਰੈਜ਼ੈਂਟ ਕਰਨ ਆਇਆ ਵਾਂ। ਤੇ ਉਹ ਜਿਹੜਾ ਮਸਲਾ ਹੈ ਉਹ ਸੈਕੰਡਰੀ ਹੈ, ਕਿਉਂਕਿ ਮੇਰਾ ਸਵਾਲ ਇਹੀ ਹੈ ਨਾ, ਸੇਵਾ ਤਾਂ ਜਦੋਂ ਟੁੱਟ ਜਾਵੇ ਫਿਰ ਸੇਵਾ ਕਿੱਥੇ ਰਹੇਗੀ? ਮੈਂ ਉਹੀਓ ਗੱਲ ਕਰਨ ਆਇਆ ਵਾਂ ਕਿ ਮੇਰਾ ਸਵਾਲ ਜਿਹੜਾ ਹੈ ਉਹ 4 ਸਾਲ ਪਹਿਲੇ ਜਿਹੜੇ 12 ਸਾਲ ਲੋਕ ਰਹੇ ਆ ਉਹ ਵੀ, ਤੇ ਜਿਹੜੇ ਪਿਛਲੇ 4 ਸਾਲਾਂ ਦੇ ਅੰਦਰ ਕਾਬਜ਼ ਨੇ ਜਾਂ ਜਿਨ੍ਹਾਂ ਨੂੰ ਸੇਵਾ ਮਿਲੀ ਹੋਈ ਹੈ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨਾਲ ਵੀ। ਤੁਸੀਂ ਹੁਣੇ ਇੱਕ ਲਫ਼ਜ਼ ਇੱਥੇ ਵਰਤਿਆ ਕਿ ਰਾਜ ਨਹੀਂ ਸੇਵਾ, ਉਹ ਸੇਵਾ ਨਹੀਂ ਰਾਜ ਸੀ। ਮੈਂ ਕਹਿੰਦਾ ਵਾਂ ਕਿ ਜੇ ਰਾਜ ਵੀ ਕੀਤਾ ਜਾਂਦਾ ਤੇ ਰਾਜ ਦੀ ਹੀ ਡੈਫੀਨੇਸ਼ਨ ਅਗਰ ਪੂਰੀ ਕਰ ਲਈ ਜਾਂਦੀ। ਤੁਸੀਂ ਰਾਜ ਵਾਲਿਆਂ ਦੇ ਨਾਲ ਮੈਂ ਵੀਰ ਜੀ ਮੇਰੀ ਗੱਲ ਨੂੰ ਪੂਰਾ ਹੋਣ ਦਿਓ। ਸਰਬਜੋਤ ਸਿੰਘ ਜੀ, ਬੜਾ ਸਿੱਧਾ ਸਵਾਲ ਹੈ। ਸਰਬਜੋਤ ਸਿੰਘ ਜੀ, ਇਹ ਨਾ ਸਮਝ, ਮੇਰਾ ਬੜਾ ਸਿੱਧਾ ਸਵਾਲ ਹੈ, ਬਹੁਤ ਸਿੱਧਾ ਸਵਾਲ ਹੈ। ਹਮੇਸ਼ਾ ਜਿਹੜੇ ਵੀ ਨਵੇਂ ਸਿਆਸਤ ਦੇ ਵਿੱਚ ਉਤਰਦੇ ਆ ਜਾਂ ਕਿਸੇ ਵੀ ਸੇਵਾ ਵਿੱਚ ਉਤਰਦੇ ਆ, ਆਪ ਨੂੰ ਸੇਵਾ ਜਿਹੜੀ ਤੁਸੀਂ ਕਹਿੰਦੇ ਹੋ, ਉਹ ਆ ਕੇ ਪਹਿਲਾਂ ਇਲਜ਼ਾਮ ਲਗਾਉਂਦੇ ਜੋ ਤੁਸੀਂ ਨਾਲ ਖੜਦੇ ਸੀਗੇ ਉਹ ਦਿਨ ਕਦੇ ਨਹੀਂ ਯਾਦ ਰਹਿੰਦੇ। ਮੈਂ ਤੁਹਾਨੂੰ ਇਹੀ ਗੱਲ ਦੱਸਣ ਜਾ ਰਿਹਾ ਵਾਂ ਕਿ ਤੁਸੀਂ
ਅੱਜ ਤੱਕ ਜਿਹੜੀ ਇਹ ਰਾਜਨੀ ਸੇਵਾ ਕਰਕੇ ਵਰਗਲਾਉਂਦੇ ਰਹੇ ਹੋ, ਤੁਸੀਂ ਰਾਜ ਹੀ ਕਰ ਲਿਆ ਹੁੰਦਾ ਤੇ ਆਪਣੇ ਉੱਤੇ ਡਿਪੈਂਡੈਂਟ ਲੋਕ ਜਿਨ੍ਹਾਂ ਨੇ ਤੁਹਾਨੂੰ ਵੋਟ ਦੇ ਕੇ ਤੁਹਾਡੇ ਤੇ ਨਿਸ਼ਠਾ ਲਾਈ ਸੀ, ਇਹਨਾਂ ਸਾਰਿਆਂ ਨੇ ਰਾਜ ਕੀਤਾ, ਉਹਨਾਂ ਨੂੰ ਰਾਜੀ ਰੱਖ ਲਿਆ ਹੁੰਦਾ। ਇਹਨਾਂ ਸਾਰਿਆਂ ਨੇ ਰਾਜ ਕੀਤਾ। ਇਹਨਾਂ ਨੇ ਰਾਜ ਹੀ ਨਹੀਂ ਕੀਤਾ, ਬਹੁਤ ਸਿੱਧਾ ਜਵਾਬ ਦਿਆ ਕਰੋ। ਰਾਜ ਹੀ ਨਹੀਂ ਕੀਤਾ ਜੀ, ਸੇਵਾ ਤੇ ਬੜੀ ਦੂਰ ਦੀ ਗੱਲ ਹੈ। ਰਾਜ ਇਹਨਾਂ ਨੇ ਰਾਜ ਵੀ ਨਹੀਂ ਕੀਤਾ, ਸੇਵਾ ਵੀ ਨਹੀਂ ਕੀਤਾ, ਕੀ ਕੀਤਾ ਫਿਰ? ਇਹ ਸਿਰਫ ਕਾਗਜ਼ੀ ਪੁਲੰਦੇ ਰਹੇ ਨੇ। ਜਿਹੜੀ ਮੈਂ ਗੱਲ ਤੁਹਾਨੂੰ ਡਿਫਾਈਨ ਕਰ ਦਿੰਦਾ ਹਾਂ, ਮੈਂ ਤੁਹਾਡੇ ਕੋਲ ਬਾਅਦ ਚਾਹੂੰਗਾ, ਮੈਨੂੰ ਲੱਗਦਾ ਹੁਣ ਮੁੱਦਾ ਜਿਹੜਾ ਹੋਰ ਪਾਸੇ ਚਲਾ ਗਿਆ। ਮੈਂ ਜਿਹੜੀ ਗੱਲ ਕਰ ਰਿਹਾ ਹਾਂ, ਇੱਕ ਮਿੰਟ ਗਰੋਵਰ ਸਾਹਿਬ ਤੁਹਾਨੂੰ ਵਕਤ ਮਿਲੂਗਾ, ਗਰੋਵਰ ਸਾਹਿਬ ਵਕਤ ਮਿਲੂਗਾ। ਗੱਲਾਂ ਨਹੀਂ, ਢਿੱਲੋਂ ਸਾਹਿਬ ਇਹਨਾਂ ਨੇ ਕਰਪਸ਼ਨ ਕੀਤੀ ਹੈ, ਇਹਨਾਂ ਨੇ ਵੀ ਕਰਪਸ਼ਨ ਕੀਤੀ ਹੈ। ਇਹਨਾਂ ਦੇ ਜਿਹੜੇ ਲੀਡਰ ਸੀ ਆਕਾ, ਜਿਹੜੇ ਇਹਨਾਂ ਦੇ ਰਹਿਨੁਮਾ ਪੰਜਾਬ ਦੇ ਵਿੱਚ, ਉਹਨਾਂ ਨੇ ਤਾਂ ਹੱਦਾਂ ਹੀ ਉਡਾ ਦਿੱਤੀਆਂ। ਠੀਕ ਹੈ। ਔਰ ਤੁਹਾਨੂੰ ਸਾਰੀ ਦੁਨੀਆ ਨੂੰ ਪਤਾ ਵੀ ਰਿਜ਼ਲਟ ਕੀ ਆਉਣ ਵਾਲਾ, ਔਰ ਉਸ ਦੇ ਵਿੱਚ ਤੁਸੀਂ ਉਸ ਰਿਜ਼ਲਟ ਦੀ ਵੇਟ ਕਰਨੀ ਤੇ ਉਸ ਰਿਜ਼ਲਟ ਦਾ ਵੱਖਰਾ ਬਣਾ ਲੂੰਗਾ। ਨਾ ਉਸ ਦਾ ਵੱਖਰਾ ਵੀ ਜੇ ਤੁਸੀਂ ਇਸ ਡਿਬੇਟ ਨੂੰ ਉਹਨਾਂ ਚੋਣਾਂ ਨਾਲ ਜੋੜ ਕੇ ਭੜਕਾਉਣ ਦੀ ਕੋਸ਼ਿਸ਼ ਕਰੋਗੇ, ਮੈਂ ਨਹੀਂ ਹੋਣ ਦੂੰਗਾ। ਬਹੁਤ ਕਲੀਅਰ ਗੱਲ ਹੈ। ਜਿਹੜੇ ਡੀਐਸਸੀਐਮਸੀ ਦੀ ਗੱਲ ਕਰ ਰਹੇ ਤੇ ਡੀਐਸਸੀਐਮਸੀ ਦੀ ਗੱਲ ਕਰੋ। ਕਰਪਸ਼ਨ ਦੇ ਚਾਰਜ ਤੁਹਾਡੇ ਤੇ ਵੀ ਲੱਗੇ ਆ, ਐਫਆਈਆਰ ਲੌਂਚ ਤੁਹਾਡੇ ਤੇ ਵੀ ਹੋ ਰਹੀ ਹੈ। ਜਿਹੜੇ ਤੁਸੀਂ ਜਾਲੀ ਦਸਤਾਵੇਜ਼ ਦੇ ਕੇ ਬਾਲਾ ਸਾਹਿਬ ਦੇ ਮਾਮਲੇ 'ਚ, ਉਹ ਤੁਹਾਡੇ ਤੇ ਵੀ ਲੱਗੇ ਹੈਗੇ ਆ। ਕੇਪੀ ਜੀ, ਐਫਆਈਆਰ ਦੀ ਕੋਈ ਰੈਲੇਵੈਂਸ ਨਹੀਂ ਹੁੰਦੀ ਅਨਲੈਸ ਇਟ ਇਜ਼ ਪ੍ਰੂਵਨ ਇਨ ਦੀ ਕੋਰਟ। You should try to understand that. ਇੱਕ ਮਿੰਟ ਗੱਲ ਸੁਣੋ। FIR ਕਿਸੇ ਤੇ ਵੀ ਰਜਿਸਟਰ ਕੀਤੀ ਜਾ ਸਕਦੀ ਹੈ। ਚਲੋ ਠੀਕ ਹੈ, ਤੁਹਾਡੇ ਅਗੇਂਸਟ ਵੀ ਹੋ ਸਕਦੀ ਹੈ। ਮੈਂ ਤੁਸੀਂ ਇਹਨਾਂ ਤੇ ਕਰਵਾਓ ਨਾ ਫਿਰ FIR, ਕਿਉਂ ਨਹੀਂ ਕਰਵਾ ਰਹੇ? ਹੋ ਸਕਦੀ ਢਿੱਲੋਂ ਸਾਹਿਬ, ਤੁਸੀਂ ਇਹਨਾਂ ਦੇ FIR ਕਰਵਾਓ ਨਾ ਫਿਰ, ਕਿਉਂ ਨਹੀਂ ਕਰਵਾ ਰਹੇ? ਇਹਨਾਂ ਨੇ ਕਰਪਸ਼ਨ ਕੀਤੀ, ਇਹਨਾਂ ਚਾਰਜ ਲਗਾਓ। ਤੁਹਾਡੇ ਤੇ ਕਿਉਂ ਚਾਰਜ ਲੱਗਦੇ ਪਏ ਆ? ਅੰਗ ਇਹਨਾਂ ਦੀ ਹਰ ਪਹਿਲੂ ਰਿਸ਼ਵਤ ਦੇ ਚਲੋ ਨਾਲ। ਠੀਕ ਹੈ, ਮੈਂ ਥੋੜਾ ਬ੍ਰੇਕ ਲੈਣਾ, ਵਾਪਸ ਆਊਂਗਾ ਤੁਹਾਡੇ ਕੋਲ। ਪ੍ਰੇਮਜੀਤ ਸਿੰਘ ਚੱਡਾ ਬ੍ਰੇਕ ਤੇ ਜਾਣ, ਇੱਕ ਮਿੰਟ ਕਲਮੋਹਨ ਸਿੰਘ, ਪ੍ਰੇਮਜੀਤ ਸਿੰਘ ਚੱਡਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ। ਜੇ ਕਰਪਸ਼ਨ ਦੇ ਚਾਰजेस ਲੱਗਦੇ ਆ, ਜੇ ਕੀਤੇ ਵਾਅਦੇ ਜਿਹੜੇ ਪੂਰੇ ਨਹੀਂ ਕੀਤੇ ਉਹਦੇ ਚਾਰजेस ਲੱਗਦੇ ਹੈ ਕਿ ਇੱਕ, ਚਲੋ ਠੀਕ ਹੈ, ਤੁਸੀਂ ਸਿਆਸੀ ਧਿਰ ਨਾਲ ਵੀ ਸੰਬੰਧ ਰੱਖਦੇ ਹੋ ਸਕਦੇ ਹੋ, ਤੁਸੀਂ ਸਿੱਖਾਂ ਦੇ ਮਸਲਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋਗੇ। ਮੇਰਾ ਸਵਾਲ ਬੜਾ ਸਿੱਧਾ ਹੈਗਾ ਕਿ ਇਸ ਮੈਨੀਫੈਸਟੋ ਨੂੰ ਕੋਈ ਦਸਤਾਵੇਜ਼ ਕਹਿ ਸਕਦਾ? ਇਹ ਕਹਿ ਰਿਹਾ ਬੈਗ ਹੈਗਾ, ਮੈਂ ਕੀ ਨਾਮ ਦੇਵਾਂ? ਫੇਰ ਹੀ ਚਰਚਾ ਅੱਗੇ ਵਧਾਵਾਂਗੇ ਨਾ। ਮੇਰੇ ਹਿਸਾਬ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਮੈਨੀਫੈਸਟੋ ਇਸ਼ੂ ਕੀਤਾ ਹੈ, ਇਟ ਇਜ਼ ਅ ਪ੍ਰੋਪਰ ਐਗਜ਼ੀਕਿਊਟੇਬਲ ਡਾਕੂਮੈਂਟ। ਇਹ ਬੈਗ ਨਹੀਂ ਹੈਗਾ, ਨਾ ਇਹ ਪੇਪਰ ਹੈਗਾ, ਇਹ ਪ੍ਰੋਪਰ ਇੱਕ ਰੋਡ ਮੈਪ ਹੈਗਾ, ਜਿਹੜਾ ਕਿ 10 ਸਾਲਾਂ ਦਾ ਕੰਮ ਜਿਹੜਾ ਵੀ ਕੀਤਾ ਗਲਤ, ਉਹਨੂੰ ਅੰਡੂ ਕਰਨ ਲਈ 4 ਸਾਲ ਸਫੀਸ਼ੀਐਂਟ ਨਹੀਂ ਹੁੰਦੇ। ਔਰ ਮੈਨੀਫੈਸਟੋ ਇਜ਼ ਅ ਗਾਈਡਲਾਈਨ। ਅਗਰ ਤੁਸੀਂ ਪੜੋਗੇ ਅਸੀਂ ਕੀ ਕਰ ਰਹੇ ਹਾਂ ਜਾਂ ਕਰਾਂਗੇ ਇਹਦੇ ਅੰਦਰ, ਚਾਹੁੰਦੇ ਹੋ ਕਿ ਸਰਨਾ ਤੁਹਾਡੇ ਵਾਂਗੂ ਤੁਹਾਨੂੰ 10-12 ਸਾਲ ਮਿਲਣ, ਫਿਰ ਕੰਮ ਮਿਲਣਗੇ, 100% ਮਿਲਣਗੇ। ਔਰ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਕੰਮ। ਜੇ ਸੰਗਤ ਨਹੀਂ ਚਾਹੇਗੀ ਤੇ ਨਹੀਂ, ਉਹ ਤੇ ਸੰਗਤ ਦਾ ਫੈਸਲਾ ਹੈਗਾ। ਦੇਖੋ ਜੀ 26 ਤਰੀਕ ਨੂੰ। ਠੀਕ ਹੈ। But ਜਿਹੜਾ ਮੈਨੀਫੈਸਟੋ ਹੈਗਾ, it is always a road map to execute certain things which are clearly defined. ਠੀਕ ਹੈ, ਮੈਂ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਜੋ ਵਾਪਸ ਆਵਾਂਗੇ ਤੇ ਰੋਡ ਮੈਪ ਦੀ ਗੱਲ ਕਰਦੇ ਪਿਆ। ਰੋਡ ਮੈਪ ਉਦੋਂ ਰੋਡ ਮੈਪ ਲੱਗਦਾ ਜਦੋਂ ਉਸ ਮੈਪ ਨੂੰ ਸਿੱਖਿਆ ਦੇ ਜ਼ਰੀਏ ਅੱਗੇ ਵਧਾਇਆ ਜਾ ਸਕੇ, ਸਿੱਖਿਆ ਦੇ ਜ਼ਰੀਏ ਚਿੰਨ੍ਹ ਕੀਤਾ ਜਾ ਸਕੇ ਕਿ ਕਿੱਥੇ ਅਸੀਂ ਜਾਣਾ ਹੈਗਾ, ਕਿੱਥੇ ਨਹੀਂ ਜਾਣਾ ਹੈਗਾ। ਜੇ ਧਰਮ ਪ੍ਰਚਾਰ ਦੀ ਗੱਲ ਕਰਦੇ ਹਾਂ ਤਾਂ ਸਿੱਖਿਆ ਮੁੱਢਲਾ ਢਾਂਚਾ ਹੈਗਾ ਇਸ ਪ੍ਰਚਾਰ ਨੂੰ ਅੱਗੇ ਵਧਾਉਣ ਦੇ ਲਈ, ਇਸ ਪ੍ਰਸਾਰ ਨੂੰ ਅੱਗੇ ਵਧਾਉਣ ਦੇ ਲਈ। ਉਸ ਤੇ ਚਰਚਾ ਕਰਨੀ ਜ਼ਰੂਰੀ ਬਣਦੀ ਹੈਗੀ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤਾਂ ਪੁੱਛਾਂਗੇ ਸਿੱਖਿਆ ਲਈ ਤੁਸੀਂ ਹੁਣ ਤੱਕ ਕੀਤਾ ਕੀ ਹੈ ਤੇ ਸਿੱਖ ਕਿੰਨਾ ਸਿੱਖਿਆ ਤੁਹਾਡੇ ਤੋਂ, ਇਹ ਸਵਾਲ ਵੀ ਪੁੱਛਾਂਗੇ, ਕਿਉਂਕਿ ਗੁਰੂ ਦੀ ਪਰਿਭਾਸ਼ਾ ਸਿੱਖ ਦੀ ਜਿਹੜੀ ਹੈ ਕਿ ਉਸ ਨੂੰ ਪਰਿਭਾਸ਼ਿਤ ਕੀਤਾ ਗਿਆ ਕਿ ਨਹੀਂ ਕੀਤਾ ਗਿਆ। ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਮੈਨੀਫੈਸਟੋ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਤੇ ਇਸ ਮੈਨੀਫੈਸਟੋ ਦੇ ਬਾਰੇ ਚਰਚਾ ਕਰਨ ਦੀ ਖਾਸ ਮਨ ਸਾਡਾ ਮੌਜੂਦ ਹੈ ਕਿ ਪਰ ਪਹਿਲਾਂ ਤੁਹਾਨੂੰ ਇੱਕ ਰਿਪੋਰਟ ਦਿਖਾ ਦਈਏ ਜਿਹੜੇ ਮੁੱਦੇ ਤੇ ਅਸੀਂ ਚਰਚਾ ਕਰਨੀ ਹੈ। ਦਿੱਲੀ ਦੇ ਸਿੱਖ ਭਾਈਚਾਰੇ ਦੀ ਯੂਨੀਵਰਸਿਟੀ ਦੀ ਮੰਗ ਲੰਮੇ ਚਿਰ ਤੋਂ ਲਟਕਦੀ ਪਈ ਹੈ ਤੇ ਇਸ ਵਾਰ ਦੀਆਂ ਡੀਐਸਸੀਐਮਸੀ ਚੋਣਾਂ ਵਿੱਚ ਇਹ ਮੁੱਦਾ ਖੂਬ ਗੂੰਜ ਰਿਹਾ। ਸਰਨਾ ਧੜੇ ਨੇ ਸਿੱਖ ਯੂਨੀਵਰਸਿਟੀ ਦਾ ਵਾਅਦਾ ਕੀਤਾ ਤੇ ਜੀਕੇ ਦੀ ਅਗਵਾਈ ਵਾਲੀ ਕਮੇਟੀ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਤੇ ਜ਼ੋਰ ਦਿੱਤਾ। ਹੋਰ ਕੀ ਕੁਝ ਸਿੱਖਿਆ ਲਈ ਖਾਸ ਦੇਖੋ ਰਿਪੋਰਟ ਤੇ ਫਿਰ ਪੁੱਛਾਂਗੇ ਸਵਾਲ ਕੀ ਹੈ ਐਜੂਕੇਸ਼ਨ ਲਈ ਰੋਡ ਮੈਪ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਹੈ ਕਿ ਐਜੂਕੇਸ਼ਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਏਗਾ ਤਾਂ ਜੋ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ। ਪੱਛਮੀ ਦਿੱਲੀ ਵਿੱਚ IAS, IPS ਅਤੇ SSC ਲਈ ਅਕੈਡਮੀ ਖੋਲੀ ਜਾਏਗੀ। PhD ਕਰਨ ਵਾਲੇ ਸਿੱਖ ਬੱਚਿਆਂ ਨੂੰ ਵਜ਼ੀਫਾ, 12ਵੀਂ ਵਿੱਚ 90% ਤੋਂ ਵੱਧ ਅੰਕ ਲੈਣ ਵਾਲੇ ਸਿੱਖ ਬੱਚਿਆਂ ਨੂੰ 1000 ਰੁਪਏ ਮਹੀਨਾ ਵਜ਼ੀਫਾ ਦਿੱਤਾ ਜਾਏਗਾ। ਇਸ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਸੈਂਟਰ ਖੋਲੇ ਜਾਣਗੇ। ਸਕੂਲ ਆਫ ਐਕਸਲੈਂਸ ਬਣਾਇਆ ਜਾਏਗਾ। ਇੰਟਰਨੈਸ਼ਨਲ ਐਜੂਕੇਸ਼ਨ ਸਪੋਰਟਸ ਸੈਂਟਰ ਖੋਲਣ ਦੇ ਲਈ ਖਾਲਸਾਈ ਖੇਡਾਂ ਲਈ ਅਕੈਡਮੀ ਦਾ ਵਾਅਦਾ ਵੀ ਸ਼ਾਮਿਲ ਹੈ। ਇੰਟਰਨੈਸ਼ਨਲ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਚਲਾਏ ਜਾਣਗੇ। ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਖਾਲਸਾ ਪਲੇਸਮੈਂਟ ਇੰਪਲੋਇਮੈਂਟ ਬਿਊਰੋ ਅਤੇ ਖਾਲਸਾ ਇੰਟਰਨੈਸ਼ਨਲ ਪਲੇਸਮੈਂਟ ਸੈਂਟਰ ਦਾ ਵੀ ਜ਼ਿਕਰ ਹੈ।
ਇੱਧਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਦਾਅਵਾ ਹੈ ਕਿ ਇੱਕ ਸਿੱਖ ਯੂਨੀਵਰਸਿਟੀ ਕਾਇਮ ਕੀਤੀ ਜਾਏਗੀ। ਇੱਕ ਵਿਸ਼ੇਸ਼ ਨੀਤੀ ਦੇ ਤਹਿਤ ਹੋਣਹਾਰ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਏਗੀ। ਵਿਦਿਅਕ ਸੰਸਥਾਵਾਂ ਦਾ ਮਿਆਰ ਉੱਚਾ ਚੁੱਕਣ ਲਈ ਮਾਹਰਾਂ ਦੀ ਟੀਮ ਗਠਿਤ ਕੀਤੀ ਜਾਏਗੀ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਬਹੁਪੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਵੱਖਰੇ ਸੈਂਟਰ ਦੀ ਸਥਾਪਨਾ ਕੀਤੀ ਜਾਏਗੀ। ਇਸ ਤੋਂ ਇਲਾਵਾ ਕਮੇਟੀ ਦੇ ਸਕੂਲਾਂ ਵਿੱਚ ਸਿੱਖ ਬੱਚਿਆਂ ਦੀ ਭਰਤੀ ਨੂੰ ਯਕੀਨੀ ਕੀਤਾ ਜਾਏਗਾ। ਕਮੇਟੀ ਅਧੀਨ ਸਾਰੇ ਸਕੂਲਾਂ ਦੇ ਨਤੀਜੇ ਪਬਲਿਕ ਡੋਮੇਨ ਤੇ ਪਾਏ ਜਾਣਗੇ। ਸਰਬਜੋਤ ਸਿੰਘ ਗਰੋਵਰ, ਮੈਂ ਤੁਹਾਡੇ ਤੋਂ ਇਹ ਚਰਚਾ ਸ਼ੁਰੂ ਕਰਨਾ ਚਾਹੁੰਦਾ। ਸਰਬਜੋਤ ਸਿੰਘ ਗਰੋਵਰ, ਜਿਹੜੀ ਕਮੇਟੀ ਪਹਿਲਾਂ ਰਹੀ ਹੈ, ਹੁਣ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਦੋਨਾਂ ਨੇ ਕੰਮ ਨਹੀਂ ਕੀਤੇ ਹੈਗੇ, ਤੁਸੀਂ ਉਹਨਾਂ ਕਮੇਟੀਆਂ ਦੇ ਹਿੱਸੇਦਾਰ ਫਿਰ ਰਹੇ ਹੈਗੇ ਹੋ। ਸਰਬਜੋਤ ਸਿੰਘ ਗਰੋਵਰ, ਮੇਰਾ ਬੜਾ ਇੱਥੇ ਤੁਹਾਨੂੰ ਥੋੜਾ ਜਿਹਾ ਟੋਕਣਾ ਟੋਕ ਲਓ, ਮੈਨੂੰ ਚੰਗਾ ਲੱਗੇਗਾ। ਮੈਂ ਕਿਸੇ ਕਮੇਟੀ ਦਾ ਹਿੱਸਾ ਕਿ ਕਿਸੇ ਨੂੰ ਹਮਾਇਤ ਨਹੀਂ ਦਿੱਤੀ, ਤੁਸੀਂ ਕਦੇ ਕਿਸੇ ਨੂੰ ਹਮਾਇਤ ਨਹੀਂ ਦਿੱਤੀ, ਕਦੇ ਵੀ ਕਿਸੇ ਨੂੰ ਕਦੇ ਵੀ ਨਹੀਂ ਚੈੱਕ ਕਰ ਸਕਦੇ ਹੋ ਤੁਸੀਂ, ਜੇ ਤੁਹਾਡੇ ਕਿਸੇ ਵੀ ਸਿਆਸੀ ਪਾਰਟੀ ਦੀ ਹਮਾਇਤ ਵੀ ਨਹੀਂ ਹੈਗੀ ਤੁਹਾਨੂੰ। ਹਾਂ, ਇਹ ਗੱਲ ਮੈਂ ਕਹਿ ਸਕਦਾ ਵਾਂ ਕਿ ਮੈਂ ਮੈਂਬਰ ਰਿਹਾ ਵਾਂ ਆਮ ਆਦਮੀ ਪਾਰਟੀ ਦਾ 2015 ਮਈ ਤੱਕ। ਉਸ ਤੋਂ ਬਾਅਦ ਇਸਤੀਫਾ ਦੇ ਕੇ ਅਸੀਂ ਪੰਥਕ ਸੇਵਾ ਦਲ ਦੀ ਬਣਤਰ ਇੱਕ ਵੱਖਰੇ ਢੰਗ ਨਾਲ ਕਰਨੀ ਚਾਹੀ। ਉਹਦੇ ਵਿੱਚ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਹਮਾਇਤੀ ਹੋ ਜਾਂ ਆਮ ਆਦਮੀ ਪਾਰਟੀ ਤੁਹਾਡੀ ਹਮਾਇਤੀ? ਮੈਂ ਕਿਸੇ ਦਾ ਹਮਾਇਤੀ ਨਹੀਂ, ਕੋਈ ਮੇਰਾ ਹਮਾਇਤੀ ਨਹੀਂ। ਕੁਝ ਮੁੱਦਿਆਂ ਦੇ ਉੱਤੇ ਬੇਸ ਸਮਰਥਨ ਦੇ ਸਕਦੇ ਆ, ਪਰ ਲੈ ਨਹੀਂ ਰਿਹਾ ਮੈਂ ਕਿਸੇ ਦਾ ਸਮਰਥਨ। ਮੇਰੀ ਗੱਲ ਨੂੰ ਇੱਥੇ ਕਿਹਨੂੰ ਸਮਰਥਨ ਦੇ ਸਕਦੇ ਹੋ? ਅਸੀਂ ਦੇ ਸਕਦੇ ਹਾਂ ਸੁਚੱਜੇ ਉਮੀਦਵਾਰਾਂ ਨੂੰ ਸਮਰਥਨ, ਦਿੱਲੀ ਦੇ ਅੰਦਰ ਜਿਹੜੇ ਫਾਈਟ ਕਰ ਰਹੇ ਨੇ, ਅੱਜ ਵੀ ਦੇ ਰਹੇ ਆ। ਅੱਜ ਵੀ ਬਾਦਲ ਧੜੇ ਨੂੰ ਜਾਂ ਸਰਨਾ ਧੜੇ ਨੂੰ ਜਾਂ ਆਮ ਆਦਮੀ ਪਾਰਟੀ ਦੇ ਧੜੇ ਜਿਹੜਾ ਦਿਖਦਾ ਨਹੀਂ ਪਿਆ ਹੈਗਾ। ਦੇਖੋ, ਕੋਈ ਵੀ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਰੱਖਣ ਵਾਲਾ ਜਿਹੜਾ ਹਾਰਡਕੋਰ ਬੰਦਾ ਹੈ, ਉਹਨੂੰ ਕੋਈ ਸਮਰਥਨ ਨਹੀਂ ਹੈਗਾ। ਜਿਹੜਾ ਸੁਚੱਜਾ ਪੜ੍ਹਿਆ ਲਿਖਿਆ ਕੈਂਡੀਡੇਟ ਹੋਵੇ ਕਿਸੇ ਪਾਰਟੀ ਦਾ, ਅਸੀਂ ਉਹਨੂੰ ਸਮਰਥਨ ਦੇ ਕੇ ਚਲੋ ਪੜ੍ਹਾਈ ਨੂੰ ਸਮਰਥਨ ਦੇ ਰਹੇ ਹੋ ਬਿਲਕੁਲ। ਚਲੋ ਠੀਕ ਹੈ। ਇੱਕ ਸਵਾਲ ਮੇਰਾ ਅਜੇ ਰਹਿ ਗਿਆ, ਮੈਂ ਬ੍ਰੇਕ ਕੋਈ ਨਹੀਂ, ਤੁਸੀਂ ਕਰ ਲਿਓ ਸਵਾਲ, ਕਰ ਲਿਓ ਤੁਸੀਂ। ਪਹਿਲਾਂ ਮੈਨੂੰ ਸਵਾਲ ਕਰ ਲੈਣ ਦਿਓ। ਸ਼ੁਰੂਆਤ ਦੇ ਵਿੱਚ ਹੀ ਇੱਕ ਸੀਗਾ, ਤੇ ਕੋਈ ਗੱਲ ਨਹੀਂ, ਤੁਸੀਂ ਕਰ ਲਿਓ। ਮੈਨੂੰ ਪਹਿਲਾਂ ਇੱਕ ਸਵਾਲ ਕਰ ਲੈਣ ਦਿਓ ਤੁਸੀਂ। ਜੇ ਯੂਨੀਵਰਸਿਟੀ ਦੀ ਗੱਲ ਕੀਤੀ ਜਾਂਦੀ ਹੈ, ਦਿੱਲੀ ਦੇ ਵਿੱਚ ਅਜੇ ਤੱਕ ਯੂਨੀਵਰਸਿਟੀ ਕਿਉਂ ਨਹੀਂ ਬਣੀ? ਇਸ ਦੀ ਨਾਕਾਮੀ ਤੁਸੀਂ ਕਿਸ ਦੀ ਮੰਨਦੇ ਹੋ? ਸਾਰਿਆਂ ਦੀ। ਜਿਹੜੇ ਅੱਜ ਦੰਭ ਭਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਜੀ ਅਸੀਂ ਯੂਨੀਵਰਸਿਟੀ ਬਣਾਵਾਂਗੇ, ਉਹਨਾਂ ਨੇ ਅੱਜ ਤੱਕ ਕੀ ਉਹਦੇ ਵਾਸਤੇ ਕਦਮ ਪੁੱਟੇ ਨੇ? ਉਹਨਾਂ ਚੋਂ ਇੱਕ ਪੁਆਇੰਟ ਹੀ ਅਗਰ ਡਿਸਕਸ ਕਰ ਲਿਆ ਜਾਂਦਾ ਕਿ ਜੀ ਹੁਣ ਤੱਕ ਇਹ ਹੋ ਚੁੱਕਾ ਹੈ ਤੇ ਇਹ ਅੱਗੇ ਕਰਕੇ ਬਣਾ ਦੇਵਾਂਗੇ। ਚਲੋ ਠੀਕ ਹੈ, ਬਹੁਤ ਵੱਡਾ ਦੀ ਗੱਲ ਕਰਦੇ ਨੇ, ਉਹ ਗਲਤ ਹੈ। ਬਹੁਤ ਵੱਡਾ ਸਵਾਲ ਹੈ। ਢਿੱਲੋਂ ਸਾਹਿਬ, ਮੈਂ ਆ ਰਿਹਾ ਕਲਮੌਂਜੀ ਆ ਰਿਹਾ। ਢਿੱਲੋਂ ਸਾਹਿਬ, ਤੁਸੀਂ ਹੁਣ ਸਿੱਖ ਯੂਨੀਵਰਸਿਟੀ ਦੀ ਗੱਲ ਕਰਦੇ ਪਿਓ, ਪਹਿਲਾਂ ਭੁੱਲ ਗਏ ਸੀ ਕਿ ਯਾਦ ਨਹੀਂ ਆਇਆ? ਮੈਂ ਉਸ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹੁੰਦਾ। ਗੱਲ ਪੰਜਾਬੀ ਦੇ ਉੱਤੇ ਬੜਾ ਸਟ੍ਰੈਸ ਦਿੱਤਾ ਗਿਆ ਹੈ। ਉਹ ਕਰਾਂਗੇ ਗੱਲ, ਪਹਿਲਾਂ ਯੂਨੀਵਰਸਿਟੀ ਦੀ ਗੱਲ ਕਰ ਲਓ। ਢਿੱਲੋਂ ਸਾਹਿਬ, ਤੁਸੀਂ ਡਿਬੇਟ ਨੂੰ ਭਟਕਾਓ ਨਾ। ਨਾ, ਮੈਂ ਭਟਕਾਉਂਦਾ ਨਹੀਂ। ਬਹੁਤ ਸਟ੍ਰੇਟ ਸਵਾਲ ਕਰ ਰਿਹਾ ਮੈਂ। ਨਹੀਂ, ਮੈਂ ਸਟੇਟ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹੇ ਹੋ, ਤੁਸੀਂ ਯੂਨੀਵਰਸਿਟੀ ਦੀ ਗੱਲ ਕਰਨ ਨੂੰ ਤਿਆਰ ਨਹੀਂ। ਯੂਨੀਵਰਸਿਟੀ ਲਈ ਕੋਈ ਨਵੀਂ ਯੂਨੀਵਰਸਿਟੀ ਬਣਾਉਣੀ ਆ, ਉਹਦੇ ਲਈ 160 ਕਰੋੜ ਰੁਪਈਆ ਤੁਹਾਨੂੰ ਪਹਿਲਾਂ ਤਿਆਰ ਚਾਹੀਦਾ। 160 ਕਰੋੜ ਰੁਪਈਆ। ਮੈਂ ਕੁਐਸਚਨ ਛੱਡ ਕੇ ਗਏ ਸੀ। ਹਾਂਜੀ, ਤੁਸੀਂ ਤਾਂ ਬਹੁਤ ਪੈਸਾ ਛੱਡ ਕੇ ਗਏ ਸੀ। ਅਸੀਂ ਛੱਡ ਕੇ ਗਏ ਸੀ। ਉਹ ਸਾਰਾ ਪੈਸਾ ਇਹਨਾਂ ਨੇ ਖਾ ਪੀ ਲਿਆ। ਹਾਂ, ਜਹਾਜ਼ਾਂ ਤੇ ਸੈਰਾਂ ਕਰ ਲਿਆ, ਇੱਧਰ ਕਰ ਲਿਆ, ਉੱਧਰ। ਹਾਂ, ਜੇ ਮੌਕਾ ਮਿਲਦਾ ਤਾਂ ਅੱਜ ਤੁਸੀਂ ਯੂਨੀਵਰਸਿਟੀ ਲਈ ਹੁਣ ਜ਼ਿਕਰ ਕੀਤਾ ਕਿ ਮੇਰੀ ਗੱਲ 10 ਸਾਲ ਦੇ ਨੇ ਐਪਲੀਕੇਸ਼ਨ ਵੀ ਨਹੀਂ ਪਾਈ ਇਹਨਾਂ ਨੇ। ਸੁਣ ਲਓ ਨਾ ਢਿੱਲੋਂ ਸਾਹਿਬ, ਤੁਸੀਂ ਸਵਾਲ ਦਾ ਜਵਾਬ ਨਹੀਂ ਦੋਗੇ ਤਾਂ ਮੈਂ ਚਰਚਾ ਨੂੰ ਅੱਗੇ ਕਿਵੇਂ ਤੋਰਾਂਗਾ? ਤੁਸੀਂ ਯੂਨੀਵਰਸਿਟੀ ਲਈ 10-12 ਸਾਲ ਜੋ ਤੁਸੀਂ ਇਹ ਸੇਵਾ ਕੀਤੀ ਹੈਗੀ ਹੈ, ਤੁਸੀਂ ਕੀ ਕੀਤਾ ਯੂਨੀਵਰਸਿਟੀ? ਅਸੀਂ ਅਪਲਾਈ ਕੀਤਾ ਜਗ੍ਹਾ ਦੇ ਲਈ। ਉਹ ਐਪਲੀਕੇਸ਼ਨ ਸੀਗੀ, ਉਸ ਦੇ ਪੈਸੇ ਤਿਆਰ ਸੀਗੇ, ਲੇਕਿਨ ਉਸ ਤੋਂ ਬਾਅਦ ਇਲੈਕਸ਼ਨਾਂ ਹੋ ਗਈਆਂ ਤੇ ਕਿੱਥੇ ਅਪਲਾਈ ਕੀਤਾ ਸੀ ਢਿੱਲੋਂ ਸਾਹਿਬ? ਯੂਜੀਸੀ ਅਪਲਾਈ ਕੀਤਾ ਸੀਗਾ। ਕਿਹੜੇ ਸਾਲ ਚ? ਗਵਰਨਮੈਂਟ ਨੂੰ ਵੀ ਅਪਲਾਈ ਕੀਤਾ। ਕਿਹੜੇ ਸਾਲ ਚ ਅਪਲਾਈ ਕੀਤਾ? ਉਹ ਕੀਤਾ ਜਦੋਂ ਸਰਨਾ ਸਾਹਿਬ ਪ੍ਰੈਜ਼ੀਡੈਂਟ ਸੀ। ਇਹਨਾਂ ਨੂੰ ਪੁੱਛੋ ਕਿਹੜੀ ਸਕੀਮ ਦੇ ਤਹਿਤ ਅਪਲਾਈ ਕੀਤਾ ਨਾ? ਸਕੀਮ ਜਿਹੜੀ ਪ੍ਰਾਈਵੇਟ ਯੂਨੀਵਰਸਿਟੀ ਦੇ ਤਹਿਤ ਕੀਤਾ। ਸਟੇਟ ਐਕਟ ਦੇ ਤਹਿਤ। ਸਟੇਟ ਐਕਟ ਦੇ ਠੀਕ। ਕਲਮੌਨ ਜੀ, ਤੁਸੀਂ ਯੂਨੀਵਰਸਿਟੀ ਦਾ ਵਾਅਦਾ ਕੀਤਾ ਸੀ, ਪੂਰਾ ਕਿਉਂ ਨਹੀਂ ਕੀਤਾ? ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹਨਾ ਕਿ ਸ਼ਾਇਦ ਢਿੱਲੋਂ ਸਾਹਿਬ ਦਿੱਲੀ ਦੀ ਧਰਤੀ ਨਾਲ ਸੰਬੰਧਿਤ ਨਹੀਂ ਹੈ, ਇਹਨਾਂ ਨੂੰ ਦਿੱਲੀ ਦੇ ਕੰਮਾਂ ਬਾਰੇ ਪਤਾ ਨਹੀਂ ਹੈਗਾ। ਮਾਫ ਕਰਨਾ, ਮੈਂ ਤੁਹਾਨੂੰ ਮਤਲਬ ਕਿਸੇ ਵਿਅਕਤੀਗਤ ਦੋਸ਼ ਨਹੀਂ ਦੇ ਰਿਹਾ, ਲੇਕਿਨ ਕਿਉਂਕਿ ਤੁਹਾਨੂੰ ਨਹੀਂ ਪਤਾ ਹੈਗਾ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ, ਦਰਸ਼ਕਾਂ ਨੂੰ ਵੀ ਤੁਹਾਡੇ ਸਾਹਮਣੇ ਪਤਾ ਲੱਗ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਭ ਤੋਂ ਅਹਿਮ ਏਜੰਡਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੂਰੇ ਸੰਸਾਰ 'ਚ ਪਹੁੰਚਾਇਆ ਜਾਵੇ। ਨੰਬਰ 2, ਆਪਣੀ ਕੌਮ ਦੀ ਜਿਹੜੀ ਨਵੀਂ ਪਨੀਰੀ ਹੈ, ਉਸ ਨੂੰ ਸਿੱਖਿਆ ਦੇ ਨਾਲ ਜੋੜ ਕੇ ਉਸ ਨੂੰ ਸਮਰਥ ਕੀਤਾ ਜਾਵੇ, ਕਿਉਂਕਿ ਕੌਮ ਦੀਆਂ FDR ਜਿਹੜੀਆਂ ਨੇ ਉਹ ਸਾਡੀ ਨਵੀਂ ਪਨੀਰੀ ਹੈ ਔਰ ਇਹ ਸਾਡਾ ਏਜੰਡਾ ਪਹਿਲੇ ਸੀ ਤੇ ਅੱਜ ਵੀ। ਦੂਜੀ ਗੱਲ, ਮੈਂ ਆਪਣੀ ਗੱਲ ਕਰਕੇ ਖਤਮ ਕਰਾਂਗਾ ਕਿ ਜਿੱਥੇ ਤੱਕ ਗੱਲ ਢਿੱਲੋਂ ਸਾਹਿਬ ਨੇ ਕਹੀ ਕਰਪਸ਼ਨ ਦੀ, ਅੱਜ ਗੁਰਦੁਆਰਾ ਪ੍ਰਬੰਧ ਵਿੱਚ ਮੈਂ ਇੱਕ ਗੱਲ ਕਹਿਣਾ ਚਾਹਨਾ, ਉਹ ਮੈਨੀਫੈਸਟੋ ਦਾ ਹਿੱਸਾ ਨਹੀਂ ਹੈਗਾ ਜੀ। ਫਿਰ ਅਸੀਂ ਚਰਚਾ ਨੂੰ ਪਾਸੇ ਕਰ ਲਵਾਂ ਕਲਮੌਨ ਜੀ। ਨਹੀਂ, ਮੈਂ ਖਤਮ ਕਰ ਰਿਹਾ। ਨਹੀਂ ਛੱਡੋ ਤੁਸੀਂ ਉਸ ਗੱਲ। ਮੈਂ ਯੂਨੀਵਰਸਿਟੀ ਕਰਪਸ਼ਨ ਦੀ ਵੱਖਰੀ ਚਰਚਾ ਕਰ ਲਾਂਗੇ। ਮੈਂ ਯੂਨੀਵਰਸਿਟੀ ਦੀ ਗੱਲ ਕਰੋ ਕਿ ਗਵਰਨਮੈਂਟ ਆਫ ਇੰਡੀਆ ਨੇ 5 ਸਟੇਟ ਫੰਡਡ ਯੂਨੀਵਰਸਿਟੀ ਮਾਈਨੋਰਟੀਜ਼ ਵਾਸਤੇ ਪਾਸ ਕੀਤੀਆਂ। ਉਹਦੇ ਵਿਚਕਾਰ ਇਹਨਾਂ ਨੇ ਕੋਈ ਉਸ ਵਾਸਤੇ ਅਪਲਾਈ ਨਹੀਂ ਕੀਤਾ, ਬਿਲਕੁਲ ਇਹਨਾਂ ਨੂੰ ਨਹੀਂ ਜਾਣਕਾਰੀ, ਔਰ ਜੇ ਕੋਈ ਹੈ
ਤੇ ਡਾਕੂਮੈਂਟ ਪਬਲਿਕ ਦੇ ਸਾਹਮਣੇ ਪੇਸ਼ ਕਰ ਦੇਣ ਕਿ ਇਹਨਾਂ ਢਿੱਲੋਂ ਨੇ ਸਾਹਿਬ ਕਰ ਉਹਦੇ ਸਕਦੇ ਵਾਸਤੇ ਕੀਤਾ document? ਨੰਬਰ 1 ਕਦੋਂ ਕਰੋਗੇ Definitely, ਸਾਰੀ ਸੰਗਤ ਤੁਹਾਨੂੰ ਸੁਣ ਰਹੀ ਹੈ ਜਦੋਂ ਤੁਸੀਂ ਹੁਣ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਲੈ ਕੇ ਆਉਂਦਾ। ਨਹੀਂ ਮੈਂ ਗੱਲ ਮੈਨੀਫੈਸਟੋ ਵਿੱਚ ਐਜੂਕੇਸ਼ਨ ਨਹੀਂ ਤੁਹਾਨੂੰ ਪਤਾ ਕਿ ਨਹੀਂ ਐਜੂਕੇਸ਼ਨ ਦਾ ਹੈ ਡਾਕੂਮੈਂਟ ਸਾਨੂੰ ਮੈਨੂੰ ਲੱਗਦਾ ਐਜੂਕੇਸ਼ਨ ਨੂੰ ਅਸੀਂ ਲੀਸਟ ਤੁਸੀਂ ਕੀ ਗੱਲ ਕਰ ਰਹੇ ਹੋ ਡਾਕੂਮੈਂਟ ਕਲਮੋਂ ਜੀ ਗੱਲ ਪੂਰੀ ਕਰੋ ਡਾਕੂਮੈਂਟ ਠੀਕ ਹੈ ਢਿੱਲੋਂ ਸਾਹਿਬ ਕਰਨ ਦਿਓ ਪਲੀਜ਼ ਠੀਕ ਹੈ नो ਮੈਂ ਬੜੇ ਅਦਬ ਨਾਲ ਬੇਨਤੀ ਕਰ ਰਿਹਾ ਮੈਂ ਪਲੀਜ਼ ਆਪ ਅਦਬ ਨਾਲ ਬੇਨਤੀ ਕਰ ਮੈਂ ਤੁਹਾਨੂੰ ਸ਼ਬਦ ਵਰਤਿਆ ਮੈਂ ਬੜੇ ਅਦਬ ਨਾਲ ਬੇਨਤੀ ਕਰ ਰਿਹਾ ਬੋਲੋ ਮੇਰੀ ਗੱਲ ਪੂਰੀ ਕਰ ਕਲਮੋਂ ਜੀ ਗੱਲ ਪੂਰੀ ਕਰੋ 5 ਸਟੇਟ ਫੰਡਡ ਗਵਰਨਮੈਂਟ ਸੈਂਟਰਲ ਯੂਨੀਵਰਸਿਟੀਆਂ ਜਿਹੜੀਆਂ ਹੈ ਹਿੰਦੁਸਤਾਨ ਦੀ ਸਰਕਾਰ ਨੇ ਪਾਸ ਕੀਤੀਆਂ ਔਰ ਉਦੋਂ ਇਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਸੀ ਇਹਨਾਂ ਨੇ ਅਪਲਾਈ ਨਹੀਂ ਕੀਤਾ ਜਦੋਂ ਸਾਡੀ ਕਮੇਟੀ ਆਈ ਅੱਜ ਵੀ ਸਾਡੇ ਕੋਲ ਰਿਕਾਰਡ ਅਵੇਲੇਬਲ ਹੈ ਕਿ ਰਿਕਾਰਡ ਮੁਤਾਬਕ ਕਹਿ ਰਹੇ ਹੋ ਕਲਮੋਂ ਜੀ ਬਿਲਕੁਲ ਔਨ ਰਿਕਾਰਡ ਗੱਲ ਕਰ ਰਹੇ ਹਾਂ ਸਾਰੇ ਲੋਕ ਤੁਹਾਨੂੰ ਵੀ ਸਵਾਲ ਕਰਨਗੇ ਹਾਂ ਬਿਲਕੁਲ ਕਰਾਂਗੇ ਮੈਂ ਜਵਾਬ ਦੇ ਰਿਹਾ ਮੈਂ ਪੂਰੀ ਗੱਲ ਕਰ ਲਵਾਂ ਠੀਕ ਹੈ ਕਿ ਸਿਮਰਤੀ ਇਰਾਨੀ ਜਦੋਂ HRD ਮਿਨਿਸਟਰ ਸਨ ਠੀਕ ਹੈ ਉਹਨਾਂ ਨੂੰ ਉਹ ਚਿੱਠੀ ਲਿਖੀ ਗਈ ਕਿ 2 ਯੂਨੀਵਰਸਿਟੀਆਂ ਸਾਡੇ ਮੁਸਲਮਾਨ ਸਮੁਦਾਇ ਨੂੰ ਦੇ ਦਿੱਤੀਆਂ ਗਈਆਂ ਉਹਨਾਂ ਮਿਨੋਰਟੀ 5 ਯੂਨੀਵਰਸਿਟੀ ਵਿੱਚੋਂ ਸਾਡੀ ਕਨਸਟੀਟਿਊਸ਼ਨਲ ਮਿਨੋਰਟੀ ਹੈ ਇਸ ਕਰਕੇ ਸਾਨੂੰ ਇੱਕ ਯੂਨੀਵਰਸਿਟੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਸਾਨੂੰ ਦੇ ਦਿੱਤੀ ਜਾਵੇ ਉਹਦੇ ਵਿਚਕਾਰ ਮੈਂ ਢਿੱਲੋਂ ਸਾਹਿਬ ਨੂੰ ਵੀ ਦੱਸਣਾ ਬਾਕੀਆਂ ਨੂੰ ਵੀ ਦੱਸਣਾ ਚਾਹੁੰਦਾ ਵਾਂ ਕਿ ਗਵਰਨਮੈਂਟ ਉਹਦੇ ਚ ਲੈਂਡ ਵੀ ਪ੍ਰੋਵਾਈਡ ਕਰਦੀ ਹੈ ਉਹਦੇ ਅੰਦਰ ਗਵਰਨਮੈਂਟ ਉਹਦੇ ਅੰਦਰ ਸਾਰੀ ਚੀਜ਼ ਦਾ ਫੰਡ 95% ਗ੍ਰਾਂਟ ਵੀ ਪ੍ਰੋਵਾਈਡ ਕਰਦੀ ਹੈ ਕਿਉਂਕਿ ਆਪ ਪ੍ਰੋਫੈਸਰ ਰਹੇ ਨੇ ਇਹਨਾਂ ਨੂੰ ਸਾਰੀ ਗੱਲ ਪਤਾ ਹੈ ਗਵਰਨਮੈਂਟ ਫੰਡਡ ਯੂਨੀਵਰਸਿਟੀ ਕਿਹਨੂੰ ਕਹਿੰਦੇ ਨੇ ਔਰ ਉਹ ਯੂਨੀਵਰਸਿਟੀ ਵਾਸਤੇ ਅਸੀਂ ਅਪਲਾਈ ਕਰ ਦਿੱਤਾ ਹੋਇਆ ਔਰ ਸਾਡੇ ਕਾਗਜ਼ਾਂ ਵਿੱਚ ਲਿਖਿਆ ਹੈ ਕਿ ਤੁਸੀਂ ਅਪਲਾਈ ਕੀਤਾ ਹੋਇਆਗਾ ਠੀਕ ਹੈ ਪ੍ਰੇਮੀ ਸਿੰਘ ਚੱਡਾ ਇਹ ਕਹਿ ਰਹੇ ਅਸੀਂ ਅਪਲਾਈ ਕੀਤਾ ਹੈਗਾ ਉਹ ਕਹਿੰਦੇ ਅਸੀਂ ਕੋਸ਼ਿਸ਼ ਕੀਤੀ ਸੀ ਕਿ ਚੋਣਾਂ ਆ ਗਈਆਂ ਮੈਨੂੰ ਸਮਝ ਨਹੀਂ ਆਇਆ ਕਿ ਉਹ ਨਹੀਂ ਡਾਕੂਮੈਂਟ ਇਹਨਾਂ ਤੋਂ ਵੀ ਪੁੱਛ ਲਓ ਦਿਖਾਓ ਦਿਖਾਓ ਲੈ ਕੇ ਨਾਲ ਨਹੀਂ ਆਇਆ ਲੇਕਿਨ ਆ ਮੇਰੇ ਤੁਸੀਂ ਮੈਨੂੰ ਐਜੂਕੇਸ਼ਨ ਵਾਸਤੇ ਦੋਨਾਂ ਚੋਂ ਕੋਈ ਵੀ ਸੀਰੀਅਸ ਨਹੀਂ ਹੈਗਾ ਇਹਦਾ ਐਕਚੁਅਲੀ ਕੀ ਹੈਗਾ ਜੀ ਯੂਨੀਵਰਸਿਟੀ ਲੈਵਲ ਅਗਰ ਹੁੰਦੇ ਸੀਰੀਅਸ ਤੇ ਦੋਨੋਂ ਡਾਕੂਮੈਂਟਸ ਲੈ ਕੇ ਆਉਂਦੇ ਕਿਹੜੀ ਪੁੱਟ ਇਨ ਕੀਤੀ ਕਦੋਂ ਕੀਤੀ ਉਹਦਾ ਡਿਟੇਲ ਹੀ ਦੇ ਦੇ ਤੁਸੀਂ ਦੋਨੋਂ ਐਪਲੀਕੇਸ਼ਨਾਂ ਦੇ ਦਿਓ ਆਪਣੀ ਜਿਹੜੀ ਤੁਸੀਂ ਦਿੱਤੀ ਹੈਗੀ ਠੀਕ ਹੈ ਫਿਰ ਸੰਗਤ ਫੈਸਲਾ ਕਰੇਗੀ ਠੀਕ ਹੈ ਢਿੱਲੋਂ ਸਾਹਿਬ ਮਿਨਿਸਟਰ ਸੀ ਐਜੂਕੇਸ਼ਨ ਨਹੀਂ ਪਤਾ ਨਾ ਗੱਲ ਕਰੋ ਚਾਹੀਦਾ ਰਿਕਾਰਡ ਹੀ ਨਹੀਂ ਮੈਨੂੰ ਪਤਾ ਮੈਨੂੰ ਲੱਗਦਾ ਅਸੀਂ ਕਨਫਿਊਜ਼ ਕਰ ਰਹੇ ਹੈਗੇ ਐਜੂਕੇਸ਼ਨ ਦੇ ਮਸਲੇ ਤੇ ਮੇਰਾ ਸਵਾਲ ਬੜਾ ਸਿੱਧਾ ਹੈਗਾ ਐਜੂਕੇਸ਼ਨ ਦੇ ਲਈ ਤੁਸੀਂ PhD ਕਰਵਾ ਰਹੇ ਹੋ ਠੀਕ ਹੈ PhD ਮਤਲਬ ਵੀ ਤੁਸੀਂ ਵਜ਼ੀਫਾ ਦਵੋਗੇ ਉਹਨਾਂ ਨੂੰ ਉਸ ਸਭ ਦੇ ਲਈ ਇੱਕ ਸਿਸਟਮ ਹੋਣਾ ਚਾਹੀਦਾ ਰੋਡ ਮੈਪ ਬਣਦਾ ਸਕੂਲ ਕਾਲਜ ਯੂਨੀਵਰਸਿਟੀ ਫਿਰ ਗਾਈਡ ਉਹ ਜੇ ਪ੍ਰੋਫੈਸਰ ਉਹ ਜੇ ਸਕਾਲਰ ਸਾਡੇ ਕੋਲ ਹੋਣੇ ਚਾਹੀਦੇ ਆ ਜਾਂ ਤਾਂ ਇਹ ਹੋ ਸਕਦਾ ਕਿ ਸਾਨੂੰ ਜ਼ਿਆਦਾ ਪਤਾ ਨਹੀਂ ਹੈਗਾ ਤੇ ਜਾਂ ਇਹ ਹੋ ਸਕਦਾ ਕਿ ਸਾਨੂੰ ਉਹ ਦਿਖਾਇਆ ਹੀ ਨਹੀਂ ਜਾ ਰਿਹਾ ਜੋ ਹੋਣਾ ਚਾਹੀਦਾ ਬਿਲਕੁਲ ਚੜਾ ਸਾਹਿਬ ਜੀ ਮੈਂ ਤਾਂ 2 ਮਿੰਟ ਲਵਾਂਗਾ ਵਿਦਆਊਟ ਇੰਟਰਪਸ਼ਨ PhD is the last of the situations when you do education ਗੱਲ ਕਰੀ ਆਪਾਂ ਪਹਿਲੇ ਆਪਣਾ ਗੁਰੂ ਹਰਕ੍ਰਿਸ਼ਨ ਪੋਸਟ ਡਾਕਟਰਲ ਵੀ ਹੈਗੀ ਉਹਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਅਸੀਂ ਦੱਸਿਆ ਹੀ ਨਹੀਂ ਲੈਟਸ ਟਾਕ ਅਬਾਊਟ ਦ ਸਕੂਲਿੰਗ ਪਹਿਲੇ ਸਕੂਲਾਂ ਦੀ ਗੱਲ ਕਰੀਏ ਬੇਸਿਕਲੀ ਸਰਨਾ ਸਾਹਿਬ ਇਹ ਦੱਸਣ ਕਿ 10 ਸਾਲਾਂ ਦੇ ਅੰਦਰ GHPS ਜਿਹੜੇ ਅਸੀਂ ਖੋਲੇ ਅੱਜ ਤੋਂ ਨਹੀਂ ਖੋਲੇ 1975 ਤੋਂ ਚੱਲ ਰਹੇ ਨੇ ਉਹਨਾਂ ਦੇ ਅੰਦਰ ਉਹਨਾਂ ਨੇ ਕੀ ਬੈਂਚਮਾਰਕਿੰਗ ਕਰਕੇ ਕੀ ਇੰਪਰੂਵਮੈਂਟ ਕੀਤੀ ਔਰ ਸਾਡੇ ਨਾਲ ਤੁਸੀਂ ਡਿਸਕਸ਼ਨ ਕਰ ਲਓ ਪੁਆਇੰਟ ਟੂ ਪੁਆਇੰਟ ਕਿ ਅਸੀਂ 4 ਸਾਲਾਂ 'ਚ ਕੀ ਇੰਪਰੂਵਮੈਂਟ ਕੀਤੀ facts will speak for themselves what we have done in 4 years and what they have done in 10 years teacher ਦੀ motivation ਜਦੋਂ ਅਸੀਂ ਲੋਕਾਂ ਨੇ ਟੇਕ ਓਵਰ ਕੀਤਾ was practically minus ਤੁਸੀਂ ਐਜੂਕੇਸ਼ਨ ਲਈ ਟੀਚਰਾਂ ਦਾ ਮੋਟੀਵੇਸ਼ਨ ਲੈਵਲ ਹੋਣਾ ਬਹੁਤ ਜ਼ਰੂਰੀ ਹੈਗਾ ਉਸ ਦੀ ਵਜ੍ਹਾ ਕੀ ਸੀ ਵਜ੍ਹਾ ਕਿਉਂ ਸੀ ਕਿਉਂਕਿ ਮਲਟੀਪਲ ਵਜ੍ਹਾ ਸੀਗੀ ਜੀ ਕਿਉਂਕਿ ਟੀਚਰਸ ਵਰ ਇਹਨਾਂ ਨੇ ਭਰਤੀ ਕੀਤੀਆਂ ਵਿਦਆਊਟ ਰਾਈਟ ਕੁਆਲੀਫਿਕੇਸ਼ਨ ਜਿੱਥੇ ਇੱਕ ਬੇਨਿਯਮੀਆਂ ਹੋਈਆਂ ਹਾਂਜੀ ਭਰਤੀ 'ਚ ਬੇਨਿਯਮੀਆਂ ਹੋਈਆਂ 100% ਹੋਈਆਂ ਬਿਲਕੁਲ ਅਸੀਂ ਪਿਛਲੇ ਇਲੈਕਸ਼ਨ 'ਚ ਅਸੀਂ ਇਹ ਕੀਤਾ ਸੀ ਬਿਲਕੁਲ ਡੈਫੀਨਿਟਲੀ ਡਿਸਕਸ ਕੀਤਾ ਸੀ ਜੋ ਕੁਆਲੀਫਿਕੇਸ਼ਨ ਨਹੀਂ ਹੈ ਟੀਚਰ ਸਿਫਾਰਸ਼ੀ ਟੀਚਰਾਂ ਤੁਸੀਂ ਭਰਤੀਆਂ ਕੀਤੀਆਂ ਉਹ ਬੱਚਿਆਂ ਨੂੰ ਕੀ ਪੜਾਉਣਗੀਆਂ ਪਹਿਲੀ ਗੱਲ ਦੂਜੀ ਗੱਲ ਤੁਸੀਂ 6 ਪੇ ਕਮਿਸ਼ਨ ਤੁਸੀਂ ਇੰਪਲੀਮੈਂਟ ਨਹੀਂ ਕਰ ਪਾਏ ਕਿਉਂ ਨਹੀਂ ਕਰ ਪਾਏ ਜੀ ਤੁਸੀਂ ਪੈਸੇ ਚਾਰਜ ਕੀਤੇ ਸਟੂਡੈਂਟਸ ਤੋਂ ਤੁਸੀਂ ਫੰਡ ਬਣਾਇਆ ਤੁਸੀਂ ਉਹ ਕਿਉਂ ਨਹੀਂ ਤੁਸੀਂ ਦਿੱਤਾ ਜਦੋਂ 6 ਪੇ ਕਮਿਸ਼ਨ ਨਹੀਂ ਮਿਲੀ ਟੀਚਰਾਂ ਨੂੰ ਔਰ ਦੁਨੀਆ ਨੂੰ ਮਿਲ ਰਹੀ ਹੈ ਬਾਕੀ DPS ਨੂੰ ਮਾਡਰਨ ਨੂੰ ਤੇ ਟੀਚਰਾਂ ਕੀ ਮੋਟੀਵੇਟ ਹੋ ਕੇ ਕੀ ਪੜਾਣਗੇ ਠੀਕ ਹੈ ਤੁਸੀਂ ਕਹਿ ਰਹੇ ਹੋ ਪੂਰੇ ਸਿਸਟਮ ਨੂੰ ਇਹਨਾਂ ਨੇ ਰੋਕ ਕੇ ਰੱਖ ਦਿੱਤਾ ਸਿਸਟਮ ਵਾਸ ਟੋਟਲੀ ਕੋਲੈਪਸਡ ਠੀਕ ਹੈ ਗਰੋਵਰ ਸਾਹਿਬ ਇੱਕ ਮਿੰਟ ਆ ਰਿਹਾ ਢਿੱਲੋਂ ਸਾਹਿਬ ਆ ਰਹੇ ਇੱਕ ਮਿੰਟ ਇਹਨਾਂ ਨੂੰ ਪੁਆਇੰਟ ਆਊਟ ਕਰ ਲੈਣਾ ਆ ਰਿਹਾ ਜੀ ਮੈਂ ਤੁਹਾਡੇ ਕੋਲ ਵੀ ਆ ਕਰਨਾ ਚਾਹੁੰਦਾ ਜੀ ਸਾਰਿਆਂ ਨੂੰ ਹੀ ਠੀਕ ਹੈ ਦੇਖੋ ਜੀ ਮੇਰਾ ਸਵਾਲ ਸਿੱਧਾ ਹੈਗਾ ਕਿ ਭਾਈ ਸਾਹਿਬ ਨੇ ਕਿਹਾ ਜੀ ਕਿ 6 ਪੇ ਕਮਿਸ਼ਨ ਅਸੀਂ ਲਾਗੂ ਨਹੀਂ ਕਰ ਪਾਏ ਸਾਡਾ ਜਿਹੜਾ 12 ਸਾਲ ਵਾਲਾ ਪੁਰਾਣਾ ਸਿਸਟਮ ਔਰ 4 ਸਾਲ ਵਾਲੇ ਦੋਨੋਂ ਹੀ ਦੋਸ਼ੀ ਨੇ ਅਗਰ ਇੱਕ ਨੇ ਖਰਾਬ ਕੀਤਾ ਨਹੀਂ ਇੰਪਲੀਮੈਂਟ ਕਰਨ ਤੋਂ ਬਾਅਦ ਕੀ ਤੁਹਾਡੇ ਅੱਜ
ਇੱਥੇ ਇੱਕ ਵੀ ਕੇਸ ਬਾਕੀ ਨਹੀਂ ਹੈਗਾ ਟੀਚਰਸ ਦੇ ਨਾਲ। ਨਹੀਂ ਕੀ ਉਹ ਕੇਸ ਤੇ ਸਾਰੇ ਦੇ ਸਰਨਾ ਸਾਰੇ ਸਾਹਿਬ ਦੇ ਖਤਮ ਹੋ ਟਾਈਮ ਚੁੱਕੇ ਹੋਇਆ ਨੇ? ਸੀ। ਇੱਕ ਸਰਨਾ ਸਾਹਿਬ ਅਗਰ ਹੁੰਦੇ ਇੱਕ ਲੈਟ ਮੀ ਪੁਆਇੰਟ ਆਊਟ ਦ ਫੈਕਟ ਲਾਈਕ ਇੱਕ ਮਿੰਟ ਚੜਾ ਸਾਹਿਬ ਇੱਕ ਮਿੰਟ ਮੈਂ ਗੱਲ ਕਰਨਾ ਚਾਹ ਰਿਹਾ ਹਾਂ ਗਰੋਵਰ ਕਿ ਸਾਹਿਬ ਅਗਰ ਰਿਪੇਅਰ ਅਗਰ ਠੀਕ ਹੋ ਗਿਆ ਸੀਗਾ ਕੋਰਟ ਦੇ ਵਿੱਚ ਇਹਨਾਂ ਨੇ ਜਿੱਥੇ ਤੱਕ ਮੇਰੀ ਜਾਣਕਾਰੀ ਹੈਗੀ ਹੈ ਇਹਨਾਂ ਨੇ ਲਿਖ ਕੇ ਦਿੱਤਾ ਹੈਗਾ ਸ਼ਾਇਦ 48.5 ਕਰੋੜ ਰੁਪਇਆ ਤੁਸੀਂ ਪੇ ਕੀਤਾ। ਮੈਂ ਉਹੀ ਗੱਲ ਕਰ ਰਿਹਾ ਹਾਂ ਕਿ ਜਿਹੜੇ ਕੰਪਰੋਮਾਈਜ਼ਸ 60% ਪੈਸਾ ਦੇ ਕੇ 40% ਸਾਰਾ ਫਿਰ ਪੈਸੇ ਤੇ ਲੈ ਗਏ। ਮੈਂ ਸਿੱਖਿਆ ਦੀ ਗੱਲ ਕਰ ਰਿਹਾ ਹਾਂ। ਸਿੱਖਿਆ ਕਿੱਥੋਂ ਇਹਨਾਂ ਨੇ ਪੁਆਇੰਟ ਹੋਈ ਚੁੱਕਿਆ ਕਿ ਇੱਕ ਮਿੰਟ ਅਸੀਂ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ। ਮੇਰਾ ਸਵਾਲ ਇਹ ਹੈ ਕਿ ਕੁਆਲੀਫਾਈਡ ਟੀਚਰ ਤੁਹਾਡੇ GHPS ਵਿੱਚ ਹੈਗੇ ਆ? ਮੈਂ ਕਹਿ ਰਿਹਾ ਨਹੀਂ ਹੈਗੇ, 100% ਨਹੀਂ ਹੈਗੇ, ਦੋਨਾਂ ਦੀ ਗਲਤੀ ਕੱਢ ਰਿਹਾ ਮੈਂ, ਕੋਈ ਕਿਸੇ ਇੱਕ ਪੱਖ ਦਾ ਪੂਰ ਨਹੀਂ ਰਿਹਾ। ਮੈਂ ਇਹ ਕਹਿ ਰਿਹਾ ਵਾਂ ਕਿ ਕਿਸੇ ਇੱਕ ਨੇ ਚਲੋ ਮੰਨ ਲਓ ਤੇ ਠੀਕ ਹੈ, ਅੱਜ ਤੁਹਾਨੂੰ ਪ੍ਰਧਾਨ ਬਣਾ ਦਿੱਤਾ DSCMC ਦਾ, ਤੁਸੀਂ ਉਹ ਟੀਚਰ ਕੱਢ ਕੇ ਆਪਣੀਆਂ ਵੋਟਾਂ ਖਰਾਬ ਕਰ ਲਓਗੇ? 100% ਕਰ ਲੋਗੇ 100%, ਕਿਉਂਕਿ ਜਿਹੜੀ ਗੱਲ ਮੈਰਿਟ ਤੇ ਹੋ ਰਹੀ ਹੈ ਉਹ ਇੱਥੇ ਵੋਟਾਂ ਦੀ ਨਹੀਂ ਹੋ ਰਹੀ, ਸੇਵਾ ਦੀ ਗੱਲ ਹੋ ਰਹੀ ਹੈ। ਤਾਂ ਹੀ ਤੁਸੀਂ ਚੋਣਾਂ ਜਿਹੜੀ ਸੇਵਾ ਦੀ ਗੱਲ ਹੋ ਰਹੀ ਹੈ। ਦੇਖੋ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਵੋਟਾਂ ਦੀ ਸਿਆਸਤ ਜ਼ਿਆਦਾ ਹੈ। ਮੈਂ ਇਹੋ ਗੱਲ ਕਹਿਣਾ ਚਾਹੁੰਦਾ ਬਿਲਕੁਲ ਹੈ ਗਰੋਵਰ ਸਾਹਿਬ ਐਜੂਕੇਸ਼ਨ ਦੇ ਉੱਤੇ ਮੈਂ ਐਗਰੀ ਨਹੀਂ ਕਰਦਾ ਕਿਉਂਕਿ ਮੈਂ 100% ਕਹਿ ਰਿਹਾ ਹਾਂ ਬਿਲਕੁਲ ਯੂਜ਼ਲੈਸ ਹੈਗੀਆਂ। ਮੈਂ ਇਹ ਨਹੀਂ ਕਹਿ ਰਿਹਾ। ਉਹਨਾਂ ਨੇ ਜਿਹੜਾ ਮੁੱਦਾ ਚੁੱਕਿਆ ਹੈ ਕਿ ਜਿਹੜੇ ਮੈਰਿਟ ਤੇ ਨਹੀਂ ਹੈਗੇ, ਸਾਰੇ ਟੀਚਰ ਬੇਕਾਰ ਤੇ ਮੈਂ ਨਹੀਂ ਕਿਹਾ, ਤੁਸੀਂ ਕਿਹਾ ਕਿ ਜਿਹੜੇ ਮੈਰਿਟ ਤੇ ਨਹੀਂ ਹੈਗੇ। ਕਿੰਨੇ %? ਮੈਂ ਕਹਿ ਰਿਹਾ ਉਹਨਾਂ ਦਾ ਇੱਕ ਕੁਆਲੀਫਿਕੇਸ਼ਨ ਟੈਸਟ ਕਿੰਨੇ % ਟੀਚਰ ਨਹੀਂ ਹੈ? ਇੱਕ ਮਿੰਟ ਚੱਡਾ ਸਾਹਿਬ, ਇੱਕ ਮਿੰਟ ਮੈਂ ਕਹਿ ਰਿਹਾ ਕਿੰਨੇ % ਟੀਚਰ ਐਲੀਜੀਬਲ ਨਹੀਂ ਹੈਗੇ? ਇੱਕ ਵੀ ਟੀਚਰ ਅਗਰ ਖਰਾਬ ਹੈ ਕੀ ਇਹਨਾਂ ਨੇ ਹਟਾਇਆ? ਹਟਾਇਆ? ਮੇਰਾ ਬੜਾ ਸਿੱਧਾ ਸਵਾਲ ਹੈ, ਕਿੰਨੇ % ਟੀਚਰ ਐਲੀਜੀਬਲ ਨਹੀਂ ਹੈਗੇ? ਮੈਂ ਕਹਿ ਰਿਹਾ 2% ਹੋਣ, ਕੀ ਇਹਨਾਂ ਨੇ ਉਹ 2% ਤੁਹਾਨੂੰ ਪਤਾ ਨਹੀਂ ਨਾ ਹੈਗਾ ਇਸ ਦਾ ਮਤਲਬ? ਅਸੀਂ ਹਵਾ 'ਚ ਕਿਉਂ ਗੱਲਾਂ ਕਰ ਰਹੇ ਹਾਂ? ਮੈਂ ਉਹੀ ਗੱਲ ਕਰ ਰਿਹਾ ਕਿ ਉਹ ਚੈੱਕ ਕੌਣ ਕਰੇਗਾ? ਅਗਰ ਮੇਰੇ ਕੋਲ ਸਾਰਾ ਸਿਸਟਮ ਹੋਵੇ, ਫਿਲਟਰੇਸ਼ਨ ਮੈਂ ਕਰਾਂਗਾ ਨਾ। ਉਹਦੇ ਲਈ ਕੋਈ RTI ਪਾਉਂਦੇ, ਕੁਝ ਪਾਉਂਦੇ ਕਿ RTI ਤੇ ਹੈ ਹੀ ਨਹੀਂ ਲਾਗੂ ਹੁੰਦੀ। ਇਹ ਕੋਈ ਜਵਾਬ ਨਹੀਂ ਦਿੰਦੇ। ਅੱਜ ਤੋਂ 3 ਮਹੀਨੇ ਪਹਿਲੇ ਨਹੀਂ ਦਿੰਦੇ। ਕਮਾਲ ਕਰਦੇ 3 ਮਹੀਨੇ ਪਹਿਲੇ ਗਰੋਵਰ ਸਾਹਿਬ ਅਸੀਂ ਹਵਾ 'ਚ ਛੱਡੀਏ ਨੇ ਸਾਰਾ ਕੁਝ, ਇਹਦਾ ਥੋੜੀ ਸਮਝ ਜੇ ਹੁੰਦਾ ਇਹ ਕਰਦੇ। 3 ਮਹੀਨੇ ਪਹਿਲੇ ਇੱਕ ਮਿੰਟ ਢਿੱਲੋਂ ਸਾਹਿਬ ਕਿਸੇ ਗੱਲ, ਚਲੋ ਠੀਕ ਹੈ ਢਿੱਲੋਂ ਸਾਹਿਬ 3 ਮਹੀਨੇ ਪਹਿਲੇ ਮੇਰਾ ਸਵਾਲ ਤੁਹਾਨੂੰ ਇਹਨਾਂ ਨੇ ਕੋਰਟ ਇੱਕ ਐਪਲੀਕੇਸ਼ਨ ਦਿੱਤੀ ਸੀ ਇਸ ਮੈਨੀਫੈਸਟੋ ਤੇ ਬੇਸਡ। ਇਸ ਮੈਨੀਫੈਸਟੋ ਤੇ ਬੇਸਡ 3 ਮਹੀਨੇ ਪਹਿਲੇ ਸਰਦਾਰ ਜੀਕੇ ਜੀ ਨੂੰ ਐਪਲੀਕੇਸ਼ਨ ਦਿੱਤੀ ਸੀ, ਨਾਲ ਟੈਲੀਫੋਨ ਕੀਤਾ ਸੀਗਾ ਕਿ ਇਹਦੇ ਚੋਂ ਤੁਸੀਂ ਕਿੰਨੇ % ਵਾਅਦੇ ਪੂਰੇ ਕਰ ਚੁੱਕੇ ਹੋ, ਕਿੰਨੇ ਨਹੀਂ ਹੋ ਰਹੇ, ਉਹਨਾਂ ਦੇ ਵਿੱਚ ਅੜਿੱਕਾ ਕੀ ਹੈ, ਜੇ ਸਰਕਾਰੀ ਅੜਿੱਕਾ ਤੇ ਅਸੀਂ ਤੁਹਾਡੇ ਨਾਲ ਚੱਲਾਂਗੇ। ਸਰਬਜੋਤ ਸਿੰਘ ਗਰੋਵਰ ਦੀ ਐਪਲੀਕੇਸ਼ਨ ਸੀਗੀ, ਕਿਸੇ ਵੱਲੋਂ ਮੋਟੀਵੇਟਡ ਨਹੀਂ ਸੀ। ਢਿੱਲੋਂ ਸਾਹਿਬ ਉਹਦਾ ਜਵਾਬ ਅੱਜ ਤੱਕ ਨਹੀਂ ਆਇਆ। ਤੁਹਾਨੂੰ ਪਤਾ ਤੁਹਾਡੀ ਐਪਲੀਕੇਸ਼ਨ ਕੋਈ ਹੈ? ਤੁਸੀਂ ਬਿਲਕੁਲ ਫਰਜ਼ੀ ਗੱਲਾਂ ਬਿਲਕੁਲ ਕਰਦੇ ਹੈ, ਪਏ, ਬਿਲਕੁਲ ਨਹੀਂ ਹੈਗੀ। ਮੈਂ ਕਹਿ ਰਿਹਾ ਮੈਂ ਉਹਦੀ ਕਾਪੀ ਤੁਹਾਨੂੰ ਪਬਲਿਕ ਡੋਮੇਨ ਤੇ ਦੇ ਦੇਣਾ, ਹੁਣੇ ਕੋ ਤੇ ਦਿਓ। ਹੁਣੇ ਕੋ ਤੁਹਾਨੂੰ ਟੈਗ ਕਰਾਂਗਾ ਫੇਸਬੁੱਕ ਤੇ ਪਈ ਦਿਓ। ਮੈਂ ਦੇ ਦੇਵਾਂਗਾ, ਉਹਦਾ ਜਵਾਬ ਦੇ ਦੇਵਾਂਗਾ। RTI ਦਾ ਮੈਂ ਕੀ ਕਹਿ ਰਿਹਾ, RTI ਤੁਸੀਂ ਲਾਗੂ ਹੀ ਨਹੀਂ ਕੀਤੀ। ਮੈਂ ਕਿਹਾ RTI ਦੇ ਸਰ ਇੱਕ ਪਤਾ ਨਹੀਂ ਤੇ ਐਪਲੀਕੇਸ਼ਨ। ਫਿਰ ਇੱਕ ਮਿੰਟ ਗਰੋਵਰ ਸਾਹਿਬ, ਗਲਮੋਹਨ ਜੀ ਤੁਸੀਂ ਆਪਸ ਵਿੱਚ ਗੱਲ ਕਰੋਗੇ ਤਾਂ ਫਿਰ ਅਸੀਂ ਚਰਚਾ ਕਿਵੇਂ ਕਰਾਂਗੇ? ਢਿੱਲੋਂ ਸਾਹਿਬ ਇੱਕ ਆਖਰੀ ਸਵਾਲ ਤੁਹਾਨੂੰ ਕਰਨਾ, ਉਸ ਤੋਂ ਬਾਅਦ ਮੈਂ ਬ੍ਰੇਕ ਲੈਣੀ ਹੈ। ਢਿੱਲੋਂ ਸਾਹਿਬ ਮੇਰਾ ਸਵਾਲ ਤੁਸੀਂ ਸੁਣ ਲਓ। ਉਹਨਾਂ ਦੀ ਗੱਲ ਦਾ ਮੈਂ ਜਵਾਬ ਦੇ ਨਹੀਂ ਛੱਡੋ, ਤੁਸੀਂ ਉਹਨਾਂ ਦੀ ਗੱਲ ਦਾ ਜਵਾਬ। ਮੇਰਾ ਸਵਾਲ ਬੜਾ ਸਿੱਧਾ ਹੈ ਕਿ ਤੁਸੀਂ ਜਿਹੜੇ 4 ਖਾਲਸਾ ਕਾਲਜ ਹੈਗੇ ਆ ਇਹਨਾਂ ਨੂੰ ਮਿਨੋਰਟੀ ਸਟੇਟਸ ਦਿਵਾਉਣ ਲਈ ਕੀ ਕੀਤਾ? ਅਸੀਂ ਇਹਨਾਂ ਨੂੰ ਮਿਨੋਰਟੀ ਜੋ ਵੀ ਬਣਾਉਣਾ ਚਾਹੀਦਾ ਸੀ, ਜੋ ਪ੍ਰੋਸੀਜਰ ਚਾਹੀਦਾ ਸੀ, ਜਿੱਥੇ ਐਪਲੀਕੇਸ਼ਨ ਦੇਣੀ ਸੀ, ਜਿਹੜੇ ਆਫਿਸਿਸ 'ਚ ਜਾਣਾ ਸੀ, ਉੱਥੇ ਅਸੀਂ ਅਪਰੋਚ ਕੀਤੀ ਵੀ ਇਹਨਾਂ ਨੂੰ ਮਿਨੋਰਟੀ ਸਟੇਟਸ ਮਿਲੇ, ਤਾਂ ਕਿ ਸਿੱਖ ਬੱਚੇ ਜਿਹੜੇ ਵੀ ਕਮ ਫਰਮ ਮਿਨੋਰਟੀ ਕਮਿਊਨਿਟੀ ਉਹਨਾਂ ਨੂੰ ਉੱਥੇ ਪ੍ਰੋਪਰ ਜਗ੍ਹਾ ਮਿਲ ਸਕੇ, ਔਰ ਮਿਲੀ। ਇਹਨਾਂ ਨੇ ਜਿਹੜਾ ਸਵਾਲ ਕੀਤਾ ਨਾ ਟੀਚਰਸ ਦਾ, ਇਹਨਾਂ ਨੂੰ ਸ਼ਾਇਦ ਨਹੀਂ ਤੁਸੀਂ ਆਪਦੇ ਤਰੀਕੇ ਨਾਲ ਜਵਾਬ ਕਿਉਂ ਦੇਣਾ ਚਾਹੁੰਦੇ ਹੋ? ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ, ਕਿਉਂ ਉਲਟਾ ਕੇ ਢਿੱਲੋਂ ਸਾਹਿਬ? ਬੜਾ ਲੋਕ ਸਾਰੇ ਸੁਣਦੇ ਪਏ ਆ ਜੀ, ਸਾਡੇ ਦਰਸ਼ਕ ਸੁਣਦੇ ਪਏ ਆ, ਸਾਰੇ ਦਰਸ਼ਕ ਸੁਣਦੇ ਪਏ। ਢਿੱਲੋਂ ਸਾਹਿਬ ਤੁਸੀਂ ਜੋ ਮਰਜ਼ੀ ਦਾ ਮੇਰੇ ਤੇ ਲਗਾ ਲਓ, ਕੋਈ ਦਿੱਕਤ ਨਹੀਂ ਹੈ ਮੈਨੂੰ। ਮੈਂ ਪੂਰੀ ਸੰਗਤ ਦੇ ਵਿੱਚ ਗੱਲ ਕਹਿਣਾ, ਇੰਪਾਰਸ਼ਲ ਡਿਬੇਟ ਨਹੀਂ ਹੋਵੇਗੀ। ਜਿਹੜੀ ਗੱਲ ਤੁਹਾਨੂੰ ਨਹੀਂ ਪਤਾ ਉਸ ਤੇ ਜਵਾਬ ਤਾਂ ਤੁਸੀਂ ਪਿੱਛੇ ਕਿਉਂ ਨਹੀਂ ਹਟਦੇ? ਨਹੀਂ, ਮੈਂ ਪਿੱਛੇ ਨਹੀਂ ਹਟ ਰਿਹਾ, ਮੈਂ ਪਿੱਛੇ ਨਹੀਂ ਹਟ ਰਿਹਾ, ਮੈਂ ਅੱਗੇ ਵਧ ਰਿਹਾ। ਮੈਂ ਕਲਾਸ ਦਾ ਲੈਕਚਰ ਨਹੀਂ ਹੈਗਾ ਢਿੱਲੋਂ ਸਾਹਿਬ, ਇੱਥੇ ਤੁਹਾਨੂੰ ਸਵਾਲ ਕੀਤਾ, ਉਸ ਸਵਾਲ ਦਾ ਜਵਾਬ ਦਿਓ। ਸੈਂਕੜੇ ਚੈਨਲ ਸੇ ਗਿਆ ਢਿੱਲੋਂ ਸਾਹਿਬ ਗਏ ਹੋ ਸੈਂਕੜੇ ਚੈਨਲ ਤੇ, ਫਿਰ ਜਵਾਬ ਦਿਓ ਨਾ ਤੁਸੀਂ। ਜਵਾਬ ਦੇ ਰਿਹਾ, ਮੈਂ ਤੁਹਾਨੂੰ ਸਵਾਲ ਕੀਤਾ ਮਿਨੋਰਟੀ ਸਟੇਟਸ ਵਾਲਾ, ਤੁਸੀਂ ਕਿਹਾ ਜਿੱਥੇ ਬੰਦਾ ਸੀ ਅਸੀਂ ਐਪਲੀਕੇਸ਼ਨ ਪਾਈ, ਕਿੱਥੇ ਪਾਈ? ਜਿਸ ਜਗ੍ਹਾ ਤੇ ਵੀ ਬੰਦਾ ਸੀ, ਗਵਰਨਮੈਂਟ ਦੇ ਕੋਲ ਬੰਦਾ ਸੀ, ਦੱਸੋ ਨਾ ਤੁਸੀਂ। ਗਵਰਨਮੈਂਟ NCERT ਨੂੰ ਦਿੱਤੀ, NCERT ਨੂੰ ਦਿੱਤੀ, ਅਸੀਂ 4 ਸਾਲ ਕਰਕੇ ਸਾਰਿਆਂ ਨੂੰ ਦਿੱਤੀ, NCERT ਨੂੰ ਦਿੱਤੀ, ਸਟੇਟ ਗਵਰਨਮੈਂਟ ਨੂੰ ਦਿੱਤੀ, ਹੋਰ ਕਿੱਥੇ ਦੇਣੀ ਚਾਹੀਦੀ ਸੀ? ਹੋਰ ਕਿੱਥੇ ਚਾਹੀਦੀ? ਕਿਹੜੀ ਸਰਕਾਰ ਨੇ ਤੁਹਾਡੀ ਨਹੀਂ ਸੁਣੀ? ਦਿੱਲੀ ਦੇ ਵਿੱਚ ਸ਼ੀਲਾ ਸਰਕਾਰ ਤੁਹਾਡੀ ਹਮਾਇਤ ਵਾਲੀ ਸਰਕਾਰ ਸੀਗੀ, ਸੈਂਟਰ ਦੇ ਵਿੱਚ ਤੁਹਾਡੀ ਹਮਾਇਤ ਵਾਲੀ ਸਰਕਾਰ ਸੀ। ਇਹਦੇ ਵਿੱਚ ਕਮੀ ਤੁਹਾਡੇ ਸੀ, ਉਹਨਾਂ ਸਰਕਾਰਾਂ 'ਚ ਕਮੀ ਸੀ ਜਿਨ੍ਹਾਂ ਨੇ ਤੁਹਾਡੀ ਗੱਲ ਨਹੀਂ ਸੁਣੀ। ਹੁਣ BJP ਦੀ ਸਰਕਾਰ, ਇਹਨਾਂ ਦੀ ਆਪਣੀ ਅਲਾਈਨਡ ਗਵਰਨਮੈਂਟ ਆ, ਅਲਾਈਨਡ ਗਵਰਨਮੈਂਟ, ਇਹਨਾਂ ਨੇ ਕੀ ਅਚੀਵ ਕਰ ਲਿਆ? ਇਹਨਾਂ ਨੇ ਫੁੱਲਫਿਲ ਕਰ ਲਿਆ?
ਇਹ ਜਵਾਬ ਦੇ ਇਹਨਾਂ ਨੇ ਦਿਓ। ਫੁੱਲਫਿਲ ਕਰ ਲਿਆ। ਨਹੀਂ ਮੈਂ ਇੱਕ ਜਵਾਬ ਇਹ ਦੇਣਾ। ਫੁੱਲਫਿਲ ਬ੍ਰੇਕ ਕਰ ਲਿਆ। ਲੈਣੀ ਫਿਰ ਕਹਿਣਗੇ ਇੰਪਾਰਸ਼ਲ ਹੈ impartial ਤਾਂ ਹੈ। ਇਹਨਾਂ ਨੇ ਗੱਲ ਕੀਤੀ, ਮੈਂ ਜਵਾਬ ਸਾਹਿਬ ਇਹੋ ਜਿਹਾ ਨਹੀਂ, ਸਾਹਮਣਾ ਕੁਝ ਨਹੀਂ ਨਹੀਂ, ਹੋਣਾ, ਮੈਂ ਬਹੁਤ ਜਵਾਬ- ਵਧੀਆ ਤੁਹਾਨੂੰ ਗੱਲ ਜਵਾਬ ਕਰ ਜ਼ਰੂਰ ਦਿਆਂਗਾ। ਮੈਂ ਬ੍ਰੇਕ ਲੈਣੀ ਹੈ ਬ੍ਰੇਕ ਤੋਂ ਬਾਅਦ ਵਾਪਸ ਆਊਂਗਾ ਡੀਐਸਸੀਐਮ ਮੈਂ ਆਊਂਗਾ ਵਾਪਸ ਆਊਂਗਾ ਡੀਐਸਸੀਐਮਸੀ ਦੀ ਮੌਜੂਦਾ ਧਿਰ ਇਹ ਦਾਅਵੇ ਕਰਦੀ ਕਿ ਸਾਡੀਆਂ ਬਹੁਤ ਪ੍ਰਾਪਤੀਆਂ ਹੈਗੀਆਂ, ਉਹ ਪ੍ਰਾਪਤੀਆਂ ਤੁਹਾਨੂੰ ਦਿਖਾਵਾਂਗੇ ਤੇ ਫਿਰ ਪੁੱਛਾਂਗੇ ਇਹ ਪ੍ਰਾਪਤੀਆਂ ਕਿੰਨੀਆਂ ਵੱਡੀਆਂ ਪ੍ਰਾਪਤੀਆਂ ਹੈਗੀਆਂ ਜਾਂ ਸਿਰਫ ਇਸ ਮੈਨੀਫੈਸਟੋ ਦੀ ਸ਼ੋਭਾ ਵਧਾਉਣ ਦੇ ਲਈ ਪ੍ਰਾਪਤੀਆਂ ਹੈਗੀਆਂ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਚਰਚਾ ਜਿਹੜੀ ਉਹ ਚਰਚਾ ਦੇ ਵਿੱਚ ਬੜਾ ਕੁਝ ਨਿਕਲਣ ਦੀ ਕੋਸ਼ਿਸ਼ ਹੋਈ ਹੈ, ਪਰ ਉਹ ਕੋਸ਼ਿਸ਼ ਕਿੰਨੀ ਸਫਲ ਹੋਈ ਉਹਦਾ ਫੈਸਲਾ ਤੁਸੀਂ ਕਰਨਾ ਹੈਗਾ। ਤੇ ਜਿਹੜੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾ ਰਿਹਾ, ਡੀਐਸਸੀਐਮਸੀ ਮੌਜੂਦਾ ਧਿਰ ਦਾਅਵੇ ਕਰ ਰਹੀ ਹੈ ਅਸੀਂ ਬੜੇ ਕੰਮ ਕੀਤੇ ਹੈਗੇ। ਮੈਨੀਫੈਸਟੋ ਨਾਲ ਲਿਖਿਆ ਕਿ ਦਸਮ ਪਾਤਸ਼ਾਹ ਦੇ 350 ਪ੍ਰਕਾਸ਼ ਪੁਰਬ ਲਈ ਪਟਨਾ ਸਾਹਿਬ 3 ਵਿਸ਼ੇਸ਼ ਰੇਲ ਗੱਡੀ 5000 ਸ਼ਰਧਾਲੂ ਭੇਜੇ। ਇੰਡੀਆ ਗੇਟ 'ਚ ਪਹਿਲੀ ਵਾਰ 2 ਦਿਨਾਂ ਸਮਾਗਮ ਹੋਇਆ ਐਡਾ ਵੱਡਾ, ਤੇ ਹੋਰ ਵੀ ਕਈ ਪ੍ਰਾਪਤੀਆਂ ਜਿਹੜੀਆਂ ਉਹਨਾਂ ਨੇ ਗਣਾਈਆਂ ਹੈਗੀਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਦਾ ਜ਼ਿਕਰ ਕੀਤਾ। ਦਿੱਲੀ ਫਤਿਹ ਨੂੰ ਸਮਰਪਿਤ 3 ਸਾਲ ਤੋਂ ਲਾਲ ਕਿਲ੍ਹੇ 'ਚ ਸਮਾਗਮ, ਉਸ ਦਾ ਜ਼ਿਕਰ ਕਰ ਰਹੇ ਆ। ਬਾਲਾ ਸਾਹਿਬ ਹਸਪਤਾਲ ਜ਼ਿਕਰ ਕੀਤਾ ਜਾ ਰਿਹਾ ਕਿ 13.25 ਕਰੋੜ ਰੁਪਏ ਦੇ ਕੇ ਨਿੱਜੀ ਹੱਥਾਂ 'ਚੋਂ ਆਜ਼ਾਦ ਕਰਵਾਇਆ। ਚਾਰੇ ਖਾਲਸਾ ਕਾਲਜ ਨੂੰ ਘੱਟ ਗਿਣਤੀ ਦਾ ਦਰਜਾ ਦਿਵਾਉਣ ਦੀ ਅਦਾਲਤੀ ਲੜਾਈ ਜਿੱਤੀ ਹੈ, ਇਹ ਵੀ ਦਾਅਵਾ ਕੀਤਾ ਜਾ ਰਿਹਾ। ਤੇ 1984 ਨਸਲਕੁਸ਼ੀ ਬਾਰੇ ਸੱਚ ਦੀ ਕੰਧ ਕੌਮ ਨੂੰ ਸਮਰਪਿਤ ਕੀਤੀ ਹੈ, ਇਹ ਵੀ ਦਾਅਵਾ ਕੀਤਾ ਜਾ ਰਿਹਾ। ਕਲਮੋਹਨ ਸਿੰਘ ਜੀ, ਜਿਹੜੇ ਦਾਅਵੇ ਤੁਸੀਂ ਕੀਤੇ ਹੈ ਕਿ ਮੈਂ ਇੱਕ ਸਵਾਲ ਲਗਾਤਾਰ ਪੁੱਛ ਰਿਹਾ ਹੈ ਕਿ ਚਾਰੇ ਖਾਲਸਾ ਕਾਲਜ ਜਾਂ ਮਿਨੋਰਟੀ ਸਟੇਟਸ ਦੀ ਪਹਿਲਾਂ ਗੱਲ ਹੋਈ ਸੀ ਕਿ ਤੁਹਾਡੇ ਤੇ ਇਹਨਾਂ ਨੇ ਵੀ ਇਲਜ਼ਾਮ ਲਗਾਇਆ ਸਰਨਾ ਤੁਹਾਡੇ। ਮੈਂ ਜਾ ਰਿਹਾ ਪ੍ਰੋਟੈਸਟ ਦੇ ਤੌਰ ਦੇ ਉੱਤੇ ਕਿਉਂਕਿ ਤੁਸੀਂ ਇੰਪਾਰਸ਼ਲ ਨਹੀਂ ਹੋ। ਯੂ ਆਰ ਅ ਸਪੋਕਸਮੈਨ ਆਫ ਅ ਪਾਰਟਿਕੂਲਰ ਆਰਗੇਨਾਈਜੇਸ਼ਨ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਢਿੱਲੋਂ ਸਾਹਿਬ। ਲੈ ਕੇ ਜਾਓ ਸਾਰੇ ਦਰਸ਼ਨ ਚਲੇ ਜਾਓ, ਤੁਹਾਡੀ ਗੱਲ ਹੈ। ਜਵਾਬ ਲੈ ਕੇ ਜਿਹੜੀ ਚੀਜ਼ ਦਾ ਨਹੀਂ ਪਤਾ ਸੀਗਾ ਠੀਕ ਹੈ। ਮੈਂ ਤਾਂ ਤੁਹਾਨੂੰ ਕਹਿ ਰਿਹਾ ਤੁਸੀਂ ਬੈਠ ਜਾਓ, ਬਹੁਤ ਤਗੀਦ ਨਾਲ ਕਹਿ ਰਹੇ ਹੋ, ਬਾਕੀ ਤੁਹਾਡੀ ਮਰਜ਼ੀ ਆ। ਕਿਉਂਕਿ ਜੇ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦੇ ਤਾਂ ਤੁਹਾਡੀ ਮਰਜ਼ੀ ਆ। ਮੈਂ ਤੁਹਾਨੂੰ ਫਿਰ ਰਿਕੁਐਸਟ ਕਰ ਰਿਹਾ, ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਜੇ ਤੁਸੀਂ ਇਸ ਡਿਬੇਟ 'ਚ ਬੈਠਣਾ ਚਾਹੁੰਦੇ ਹੋ ਤਾਂ ਵੈਲਕਮ। ਚਲੋ ਠੀਕ ਹੈ ਤੁਸੀਂ ਆਪਣੀ ਗੱਲ ਰੱਖੀ। ਮੈਨੂੰ ਲੱਗਦਾ ਜਿਹੜੀ ਗੱਲ ਤੁਹਾਡਾ ਇੱਕ ਮੇਰਾ ਸਵਾਲ ਸਰਬਜੋਤ ਸਿੰਘ ਗਰੋਵਰ, ਦੇਖੋ ਜੀ ਗੱਲ ਇਹ ਹੈ ਕਿ ਇਸ ਜਗ੍ਹਾ ਦੇ ਉੱਤੇ ਤੁਹਾਡੇ ਸਾਥੀ ਤੁਹਾਡੇ ਤੋਂ ਰੁੱਸ ਕੇ ਚਲੇ ਗਏ ਨਾਲ ਮੈਨੂੰ ਵੀ ਕਹਿ ਰਿਹਾ ਕਿ ਮੈਂ ਤੁਹਾਡਾ ਸਪੋਕਸਮੈਨ ਹਾਂ। ਇਹ ਨਾ ਗੁਰਦੁਆਰਾ ਕਮੇਟੀ ਵੀ ਇਦਾਂ ਹੀ ਛੱਡ ਕੇ ਚੱਲ ਜਾਣਾ। ਆਪਾਂ ਅਗਲੀ ਗੱਲ ਕਰ ਲਈਏ। ਸਵਾਲ ਹੈ ਕਿ ਮੈਂ ਬੜੀ ਸੰਜੀਦਗੀ ਦੇ ਨਾਲ ਮੈਂ ਫਿਰ ਵੀ ਆਪਣੇ ਪੀਸੀਆਰ ਦੇ ਪ੍ਰੋਡਿਊਸਰ ਨੂੰ ਇਹ ਕਹਿਣਾ ਚਾਹੂੰਗਾ ਕਿ ਜੇ ਢਿੱਲੋਂ ਸਾਹਿਬ ਤੁਹਾਡੀ ਗੱਲ ਮੰਨਦੇ ਆ ਤਾਂ ਉਹਨਾਂ ਨੂੰ ਇੱਥੇ ਭੇਜ ਦਿਓ, ਉਹਨਾਂ ਤੋਂ ਕੁਝ ਸਵਾਲ ਕਰ ਲਈਏ। ਕਲਮੋਹਨ ਜੀ ਆਪਣੀ ਗੱਲ ਸੋ ਮੈਂ ਆਪਣੀ ਗੱਲ ਜਾਰੀ ਰੱਖਦਾ ਹੋਇਆ ਬੜੀ ਸੰਜੀਦਗੀ ਨਾਲ ਜਵਾਬ ਦੇ ਰਿਹਾ। ਗਰੋਵਰ ਜੀ ਆਪ ਵੀ ਬੜੇ ਪਿਆਰ ਨਾਲ ਸੁਣਨ ਦੀ ਕਿਰਪਾਲਤਾ ਕਰੋ। ਮੈਂ ਬੇਨਤੀ ਕਰ ਰਿਹਾ ਕਿ ਇਹ ਪੋਲੀਟੀਕਲ ਇਸ਼ੂ ਨਹੀਂ ਹੈ, ਇਹ ਕੌਮ ਦਾ ਵਿਦਿਆ ਦਾ ਵਿਸ਼ੇ ਹੈ। ਇਹਦੇ ਅੰਦਰ ਮਿਨੋਰਟੀ ਸਟੇਟਸ ਜਿਹੜਾ ਹੁੰਦਾ ਉਹ HRD ਮਿਨਿਸਟਰੀ ਨੇ ਦੇਣਾ ਸੀ। ਜਦੋਂ ਪਿਛਲੀ ਡਾਕਟਰ ਮਨਮੋਹਨ ਸਿੰਘ ਹੋਰੀ ਸਰਕਾਰ ਰਹੀ ਉਦੋਂ ਕਪਿਲ ਸਿੱਬਲ ਜੀ ਜਿਹੜੇ ਨੇ ਸਰਕਾਰਯੋਗ ਕਪਿਲ ਸਿੱਬਲ ਜੀ HRD ਮਿਨਿਸਟਰ ਰਹੇ, ਉਦੋਂ ਇਹ ਮਿਨੋਰਟੀ ਸਟੇਟਸ ਨਹੀਂ ਕਰ ਸਕੇ। ਫਿਰ ਜਿਸ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿਚਕਾਰ ਆਏ, HRD ਮਿਨਿਸਟਰੀ ਨੇ ਕੋਰਟ ਦੇ ਅੰਦਰ ਐਫੀਡੇਵਿਟ ਦਿੱਤਾ ਕਿ ਇਹਨਾਂ 4 ਕਾਲਜਾਂ ਨੂੰ ਮਿਨੋਰਟੀ ਸਟੇਟਸ ਦੇ ਦਿੱਤਾ ਜਾਵੇ। ਉਹ ਦਿੱਤਾ ਗਿਆ ਔਰ ਪਹਿਲੀ ਵਾਰੀ ਦਿੱਲੀ ਗੁਰਦੁਆਰਾ ਕਮੇਟੀ ਦੇ ਇਤਿਹਾਸ ਦੇ ਵਿਚਕਾਰ ਮੈਰਿਟ ਜਿਹੜੀ ਹੈ 50% ਬੱਚੇ ਸਿੱਖ ਬੱਚੇ ਬਿਨਾਂ ਕਿਸੇ ਦਿੱਲੀ ਗੁਰਦੁਆਰਾ ਤੁਸੀਂ ਮਿਨੋਰਟੀ ਸਟੇਟਸ ਦਾ ਮੈਂਬਰ ਕੋਲ ਗਏ ਬਗੈਰ ਤੁਸੀਂ ਮਿਨੋਰਟੀ ਸਟੇਟਸ ਦਿਵਾਉਣ ਦਾ ਉਹ ਲੈ ਰਹੇ ਹੋ, ਪੂਰਾ ਕ੍ਰੈਡਿਟ ਲੈ ਰਹੇ ਹੋ। ਬਿਲਕੁਲ ਮੰਨ ਲੈਂਦੇ ਆ, ਇਹ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਅਸੀਂ ਲਈਏ। ਮੈਂ ਯੂਨੀਵਰਸਿਟੀ ਦਾ ਸਵਾਲ ਫਿਰ ਤੁਹਾਨੂੰ ਦੁਬਾਰਾ ਕਰ ਰਿਹਾ, ਉਹ ਕਿਉਂ ਨਹੀਂ ਪੂਰਾ ਹੋਇਆ। ਮੇਰਾ ਇੱਕ ਬੜਾ ਛੋਟਾ ਜਿਹਾ ਸਵਾਲ ਹੈ, ਬੜੀ ਦੇਰ ਤੋਂ ਲਟਕਿਆ ਹੋਇਆ ਹੈ, ਇਹ ਖਤਮ ਹੋ ਜਾਏਗੀ ਡਿਬੇਟ ਪੂਰੀ। ਇੱਕ ਸਵਾਲ ਲੈ ਲਓ ਕਲਮੋਹਨ ਜੀ, ਯੂਨੀਵਰਸਿਟੀ ਦਾ ਮੁੱਦਾ ਯੂਨੀਵਰਸਿਟੀ ਦਾ ਜਿੰਨੇ ਕਰਕੇ ਰੁੱਸੇ ਆ ਤੁਹਾਡੇ ਦੋਸਤ। ਨਹੀਂ ਚਲੋ ਉਹ ਪਤਾ ਕੀ ਗੱਲ ਹੈ, ਐਕਚੁਅਲੀ ਉਹਨਾਂ ਦਾ ਪਰਪਸ ਕੀ ਹੈ ਕਿ ਉਹ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਨਾ ਸੁਣ ਸਕਦੇ, ਨਾ ਇਹਨਾਂ ਦੇ ਲੀਡਰ ਸੁਣ ਸਕਦੇ ਨੇ, ਨਾ ਇਹ ਤੁਸੀਂ ਸੱਚ ਦੱਸੋ ਨਾ। ਯੂਨੀਵਰਸਿਟੀ ਸੱਚ ਇਹ ਹੈ ਕਿ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ HRD ਮਿਨਿਸਟਰ ਨੂੰ ਆਲਰੇਡੀ ਲੈਟਰ ਦੇ ਕੇ ਬਣੂਗੀ ਯੂਨੀਵਰਸਿਟੀ ਬਣੂਗੀ ਕਿ ਨਹੀਂ ਬਣੂਗੀ? ਬਣੇਗੀ 100% ਕਾਪੀ ਅਵੇਲੇਬਲ ਹੈਗੀ ਹੈ ਪਬਲਿਕ ਡੋਮੇਨ ਤੇ, ਪਬਲਿਕ ਕਰ ਦੋਗੇ? ਪਬਲਿਕ ਡੋਮੇਨ ਤੇ ਪਾ ਕੇ ਦੇਾਂਗੇ, ਔਨ ਰਿਕਾਰਡ ਚਿੱਠੀ ਦਿਖਾਵਾਂਗੇ, ਉਹ ਹੋ ਜਾਏਗੀ। ਚਲੋ ਮੇਰਾ ਇੱਕ ਬੜਾ ਛੋਟਾ ਜਿਹਾ ਸਵਾਲ ਹੈ ਜਿਹੜਾ ਕਿ ਸਭ ਤੋਂ ਪਹਿਲੇ ਡਿਬੇਟ 'ਚ ਸ਼ੁਰੂ ਹੁੰਦੇ ਹੀ ਆ ਜਾਣਾ ਚਾਹੀਦਾ ਸੀਗਾ। ਮੈਂ ਇੱਥੇ ਸਟੂਡੀਓ ਦੇ ਬਾਹਰ ਜਦੋਂ ਵੇਟ ਕਰ ਰਿਹਾ ਸੀਗਾ ਤੇ ਮੈਂ ਦੇਖ ਰਿਹਾ ਸੀਗਾ ਕਿ ਮਨਜੀਤ ਸਿੰਘ ਜੀਤ ਕੇ ਹੋਣੀ ਇਹ ਜਿਹੜਾ ਚੋਣ ਮਨੋਰਥ ਪੱਤਰ ਇਹਨੂੰ ਰਿਲੀਜ਼ ਕਰ ਰਹੇ ਨੇ ਤੇ ਉਹਨਾਂ ਨੇ ਬੜਾ ਇਨਸਿਸਟ ਕੀਤਾ ਔਰ ਇਹਦੇ ਅੰਦਰ ਲਿਖਿਆ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤੇ ਸਾਰਾ ਦਾ ਸਾਰਾ ਭਾਸ਼ਣ ਉਹਨਾਂ ਦਾ ਆਪਣਾ ਹਿੰਦੀ ਸੀਗਾ।
ਹੁਣ ਮੈਂ ਇਹ ਪੁੱਛਣਾ ਚਾਹਨਾ ਵਾਂ ਕਿ ਕੀ ਅੱਜ ਅਸੀਂ ਗੁਰਦੁਆਰਾ ਪ੍ਰਬੰਧ ਦੀ ਚੋਣ ਲੜ ਰਹੇ ਹਾਂ ਜਾਂ ਤਿਆਰੀ ਕਰ ਰਹੇ ਹਾਂ ਪਿਛਲੀ ਵਾਰ ਆਕਨ ਅਗਲੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਅੰਦਰ ਕਿ ਆਪਣੇ ਮਾਲਕਾਂ ਨੂੰ ਖੁਸ਼ ਕਰ ਲਈਏ? ਇਹ ਹਿੰਦੀ ਦੇ ਅੰਦਰ ਕਿਉਂ ਰਿਲੀਜ਼ ਕੀਤਾ ਗਿਆ? ਜੇ ਅਗਰ ਲੜਾਈ ਸਾਡੀ ਘਰ ਦੀ ਹੈ, ਅਸੀਂ ਸਾਰੀਆਂ ਧਿਰਾਂ ਆਪਸ ਦੇ ਅੰਦਰ ਗੱਲ ਕਰਨੀ ਹੈ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਦੱਸਿਆ ਗਿਆ ਇਹ ਦੱਸਿਆ ਗਿਆ ਟੋਟਲ ਹਿੰਦੀ ਦੇ ਅੰਦਰ ਰਿਲੀਜ਼ ਕੀਤਾ ਗਿਆ। ਹਾਂ ਦਿਓ ਜੀ। ਕਿਉਂ? ਬੜਾ ਅੱਛਾ ਸਵਾਲ ਕੀਤਾ ਹੈ। ਇੱਕ ਸਿੱਖ ਦਾ ਪੰਜਾਬੀ ਦੇ ਪ੍ਰਤੀ ਪਿਆਰ ਹੋਣਾ ਬੜੀ ਅੱਛੀ ਗੱਲ ਹੈ, ਮੈਂ ਤੁਹਾਡੀ ਤਾਰੀਫ ਕਰ ਰਿਹਾ। ਲੇਕਿਨ ਇੱਕ ਗੱਲ ਦੱਸਾਂ ਕਿ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਵਿੱਚ ਬੈਠੇ ਹੋ, ਸ਼ਾਇਦ ਤੁਹਾਨੂੰ ਉਹਦਾ ਤਜਰਬਾ ਹੋਇਆ ਨਹੀਂ ਹੋਣਾ, ਮੇਰੀ ਗੱਲ ਸੁਣ ਲੈਣਾ। ਜਦੋਂ ਪ੍ਰੈਸ ਕਾਨਫਰੰਸ ਬੈਠੇ ਉਹਦੇ ਅੰਦਰ ਅੰਗਰੇਜ਼ੀ ਮੀਡੀਆ, ਹਿੰਦੀ ਮੀਡੀਆ ਤੇ ਪੰਜਾਬੀ ਮੀਡੀਆ ਵੀ ਬੈਠਦਾ ਹੈ। ਉਸ ਵੇਲੇ ਇਹਦੇ ਲਈ ਵੀ ਮੀਡੀਆ ਹੀ ਜ਼ਿੰਮੇਵਾਰ ਹੈ। ਦੇਖੋ ਮੈਂ ਨਹੀਂ ਮੰਨਦਾ ਜੀ ਇਸ ਗੱਲ ਨੂੰ। ਦੇਖੋ ਅੰਗਰੇਜ਼ੀ ਨਾ ਬਿਲਕੁਲ ਨਹੀਂ, ਮੈਂ ਇੱਥੇ ਡਿਫੈਂਡ ਕਰਦਾ ਨਹੀਂ। ਮੀਡੀਆ ਕਹਿੰਦਾ ਹੈ ਕਿ ਮਨਜੀਤ ਸਿੰਘ ਜੀਕੇ ਜੀ ਆਪਨੇ ਜੋ ਬਾਤ ਕਹੀ ਹੈ, ਜਿਹੜੀ ਗੱਲ ਤੁਸੀਂ ਕਹਿੰਦੇ ਪਏ ਇਹਨੂੰ ਹਿੰਦੀ ਵਿੱਚ ਵੀ ਕਹੇ ਤਾਂ ਕਿ ਲੋਕਾਂ ਤੱਕ ਉਹ 20 ਵਾਲੀ ਗੱਲ ਵੱਖਰੀ ਹੈ। ਅਗਰ ਉਹ 20 ਵਾਲੀ ਗੱਲ ਮੈਨੂੰ ਲੱਗਦਾ ਸਾਰੇ ਕੰਮਾਂ ਲਈ ਮੀਡੀਆ ਜ਼ਿੰਮੇਵਾਰ ਹੈ। ਮੀਡੀਆ ਸਵਾਲ ਕਰੇ, ਮੀਡੀਆ ਸਵਾਲ ਨਾ ਕਰੇ ਤਾਂ ਬਾਸਟ ਹੈ। ਉਹ ਦੁਬਾਰਾ ਹੋ ਸਕਦੀ ਹੈ। ਫੈਸਲਾ ਕਰ ਦੋ ਨਾ ਕੌਣ ਬਾਸਟ ਹੈ, ਪੰਜਾਬੀ ਦੇ ਉੱਤੇ ਵੀ ਹਿੰਦੀ ਬੋਲ ਰਹੇ ਨੇ। ਆਪਾਂ ਬੜਾ ਸੰਕੀਰਨ। ਹਾਂ ਠੀਕ ਹੈ ਚੱਡਾ ਸਾਹਿਬ ਨਹੀਂ ਪੰਜਾਬੀ ਵਿੱਚ ਪ੍ਰੈਸ ਕਾਨਫਰੰਸ ਸੀ। ਤੁਸੀਂ ਚੱਡਾ ਸਾਹਿਬ ਤੁਸੀਂ ਵਾਰ-ਵਾਰ ਦਾਅਵਾ ਕਰ ਰਹੇ ਹੋ GHPS ਕਲਮੋਹਨ ਜੀ, ਗੁਰੂਵਰ ਸਾਹਿਬ ਤੁਸੀਂ ਵਾਰ-ਵਾਰ ਦਾਅਵਾ ਕਰ ਰਹੇ GHPS ਦੀ ਤੁਸੀਂ ਪ੍ਰੋਡਕਟ ਹੈ। ਕਿਉਂ ਉੱਥੇ ਪੰਜਾਬੀ ਲਈ ਅਸਲ ਵਿੱਚ ਕੰਮ ਹੋਇਆ ਜਾਂ ਸਿਰਫ ਖਾਣਾ ਪੂਰਤੀ ਕੀਤੀ ਗਈ ਹੈ? ਕਿਉਂ ਪੰਜਾਬੀ ਲਈ ਕੰਮ ਹੋਇਆ, ਇੰਗਲਿਸ਼ ਲਈ ਵੀ ਕੰਮ ਹੋਇਆ। ਅਸੀਂ ਬੱਚਿਆਂ ਨੂੰ ਪੰਜਾਬੀ ਪੜ੍ਹਾ ਕੇ ਤੇ ਗਲੋਬਲ ਸਟੈਂਡਰਡ ਤੇ ਨਹੀਂ ਲੈ ਕੇ ਜਾ ਸਕਦੇ ਨਾ, ਉੱਥੇ ਤੇ ਗਲੋਬਲ ਲੈਂਗੁਏਜ ਹੀ ਚਲੇਗੀ। ਪੰਜਾਬੀ ਲਈ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਨੇ ਔਰ ਅਸੀਂ ਇੰਪਰੂਵਮੈਂਟ ਵੀ ਕੀਤੇ ਨੇ, ਪਰ ਉਦੋਂ ਜ਼ਿਆਦਾ ਅਸੀਂ ਇੰਗਲਿਸ਼ ਦੇ ਉੱਤੇ ਫੋਕਸ ਕਰ ਰਹੇ ਹਾਂ ਕਿਉਂਕਿ ਅੱਜ ਦੀ ਡੇਟ ਵਿੱਚ ਕਿਸੇ ਸਿੱਖ ਨੂੰ ਅਸੀਂ ਐਜੂਕੇਟ ਕਰਨਾ ਹੈ। ਤੁਸੀਂ ਮੈਨੀਫੈਸਟੋ ਪੜ੍ਹੋ ਸਾਡਾ, ਅਸੀਂ IAS IRS ਦੀ ਗੱਲ ਕਰ ਰਹੇ ਹਾਂ। ਇਹਨਾਂ ਨੇ ਸਰਨਾ ਸਾਹਿਬ ਨੇ ਕੀ ਕੀਤਾ? ਫੋਰਮੈਨ ਥੋੜਾ ਬਣਾਣੇ ਅਸੀਂ। ਹੁਣ ਹੈ ਨਹੀਂ, ਦੋਨਾਂ ਤੋਂ ਸਵਾਲ ਹੈਗਾ ਜੀ। ਇਹ ਸਿਰਫ ਅਗਰ 10 ਬੰਦਿਆਂ ਦੀ ਲਿਸਟ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਇੱਕ ਸਵਾਲ ਮੈਂ ਲੈਣਾ ਚਾਹੁੰਦਾ ਹਾਂ। ਸਕਿੱਲ ਡਿਵੈਲਪਮੈਂਟ ਸੈਂਟਰ ਉਹ ਕਿਵੇਂ ਚਲਾਉਂਗੇ? ਕਿੰਨੇ ਬਣਾਏ ਨੇ? ਗਰੋਵਰ ਸਾਹਿਬ ਆ ਰਿਹਾ। ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈਗੀ ਜੀ। ਬੇਸਿਕਲੀ ਗਵਰਨਮੈਂਟ ਆਫ ਇੰਡੀਆ ਦੀ ਵੀ ਸਕਿੱਲ ਹੈ ਨੈਸ਼ਨਲ ਸਕਿੱਲ ਡਿਵੈਲਪਮੈਂਟ ਸੈਂਟਰ। ਗਵਰਨਮੈਂਟ ਇਜ਼ ਆਲਸੋ ਸਪੋਰਟਿੰਗ ਸੈਂਟਰਲ ਗਵਰਨਮੈਂਟ। ਅਸੀਂ ਉਹ ਬੰਦੇ ਜਿਹੜੇ ਕਿ ਪੜ੍ਹਾਈ ਦੇ ਅੰਦਰ ਅੱਛੇ ਨਹੀਂ ਹੈਗੇ, ਉਹਨਾਂ ਵੋਕੇਸ਼ਨਲ ਸਾਈਡ ਅਸੀਂ ਉਹਨਾਂ ਨੂੰ ਓਪਰਚੁਨਿਟੀ ਦੇਣਾ ਚਾਹੁੰਦੇ ਹਾਂ ਕਿ ਇਨ ਆਪਣੇ ਬਾਕੀ ਸਕਿੱਲ ਡਿਵੈਲਪ ਕਰਨ। ਇਟ ਕੈਨ ਬੀ ਅ ਮਲਟੀਪਲ ਕਾਈਂਡ ਆਫ ਅ ਸਕਿੱਲ, ਨਾਟ ਨੈਸੈਸਰੀ ਓਨਲੀ ਐਜੂਕੇਸ਼ਨ। ਠੀਕ ਹੈ ਇੱਕ ਗਰੋਵਰ ਸਾਹਿਬ ਇੱਕ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ। ਜਿਹੜਾ ਇਹਨਾਂ ਨੇ ਵਾਰ-ਵਾਰ ਕਿਹਾ ਕਿ ਅਸੀਂ ਲਾਲ ਕਿਲੇ ਦੇ ਵਿੱਚ ਫਤਿਹ ਮਾਰਚ ਕਰਵਾਇਆ, ਇੰਡੀਆ ਗੇਟ ਤੇ ਸਮਾਗਮ ਕਰਵਾਏ, ਤੁਸੀਂ ਇਹਨਾਂ ਸਮਾਗਮਾਂ ਨਾਲ ਇਤਫਾਕ ਰੱਖਦੇ ਹੋ? ਉਹਦਾ ਆਊਟਕਮ ਕੀ ਹੋਇਆ ਅਸੀਂ ਤੇ ਉਸ ਤੋਂ ਇਤਫਾਕ ਰੱਖਦੇ ਹਾਂ। ਸਮਾਗਮ ਕਰਾਣੇ ਕੋਈ ਬਹੁਤ ਬੁਰੀ ਗੱਲ ਨਹੀਂ ਹੈਗੀ, ਸਗੋਂ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪਤਾ ਲੱਗਦਾ, ਠੀਕ ਹੈ। ਪਰ ਅਗਰ ਇਸੇ ਦੀ ਆੜ ਦੇ ਅੰਦਰ ਇਹ ਪੈਸੇ ਦੀ ਬਰਬਾਦੀ ਕਰਦੇ ਰਹਿਣਗੇ ਉਹ ਠੀਕ ਨਹੀਂ ਹੈ। ਤੁਸੀਂ ਕਹਿ ਰਹੇ ਹੋ ਪੈਸੇ ਦੀ ਬਰਬਾਦੀ ਕੀਤੀ ਇਹਨਾਂ ਨੇ। ਕਲਮੋਹਨ ਜੀ ਪੈਸੇ ਬਰਬਾਦੀ ਹੋਈ ਹੈ? ਗੱਲ ਇਹ ਹੈ ਕਿ ਦੇਖੋ ਜੇ ਕੌਮ ਦੇ ਸੁਨਹਿਰੀ ਇਤਿਹਾਸ ਨੂੰ ਬਾਹਰ ਕੱਢਣਾ ਹੈ। ਨਹੀਂ ਸੁਣ ਲਓ, ਪਹਿਲਾਂ ਗੱਲ ਕੀਤੀ, ਜਵਾਬ ਲੈ ਲਓ। ਤਾਰੀਫ ਕੀਤੀ ਹੈ ਬੱਚਿਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗਦਾ ਹੈ। ਤੇ ਨਾਲੇ ਕਹਿੰਦੇ ਪੈਸੇ ਦੀ ਬਰਬਾਦੀ ਕਿੰਨੀ? ਇੱਕ ਮਿੰਟ ਪੈਸੇ ਦੀ ਬਰਬਾਦੀ ਕਿੰਨੀ ਹੋਈ ਹੈ? ਆਤਿਸ਼ਬਾਜ਼ੀ ਦੇ ਨਾਲ ਦਿੱਲੀ ਦੇ ਅੰਦਰ ਕਿੰਨਾ ਪੋਲਿਊਸ਼ਨ। ਚਲੋ ਆਤਿਸ਼ਬਾਜ਼ੀ ਚਲਾਈ ਫालतू ਠੀਕ ਹੈ। ਆਤਿਸ਼ਬਾਜ਼ੀ ਸਪੀਕਰ ਲਾ ਅਸੀਂ ਨਹੀਂ ਮੰਨਦੇ। ਅਸੀਂ ਗੁਰਪੁਰਬ ਦੇ ਉੱਤੇ ਅਸੀਂ ਆਤਿਸ਼ਬਾਜ਼ੀ ਦੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਨਾ ਚਲਾਓ। ਤੁਸੀਂ ਕਹੋਗੇ ਨਗਰ ਕੀਰਤਨ ਵੀ ਨਾ ਕੱਢੋ ਕਿਉਂਕਿ ਨਹੀਂ ਜਿਹੜਾ ਉਹ ਕੀ ਨਾਮ ਉਹਦਾ ਜੋ ਗਾਂਦਾ ਹੈਗਾ ਕਲਾਕਾਰ, ਉਹ ਇਹਨਾਂ ਦੀ ਸਟੇਜ ਤੇ ਕਹਿ ਕੇ ਚਲਾ ਗਿਆ ਕਿ ਐਡੇ ਵੱਡੇ ਸਪੀਕਰ ਲਾਉਣ ਦੀ ਕੀ ਲੋੜ ਸੀ, ਤੁਸੀਂ ਪੈਸੇ ਖਰਾਬ ਕਰ ਰਹੇ ਹੋ, ਐਜੂਕੇਸ਼ਨ ਤੇ ਲਾਓ ਇਸ ਪੈਸੇ ਨੂੰ। ਕੋਲੋਂ ਗੱਲਾਂ ਨਾ ਐਡ ਕਰੀ ਜਾ, ਕੋਈ ਐਸੀ ਗੱਲ ਨਹੀਂ, ਕੋਈ ਵੀਡੀਓ ਐਸੀ ਨਹੀਂ ਹੈ। ਉੱਥੇ ਸਟੇਜ ਤੇ ਬੋਲ ਕੇ ਗਿਆ ਗੁਰੂਵਰ ਸਾਹਿਬ ਚਲੋ ਇੱਕ ਬੜਾ ਸਿੱਧਾ ਜਵਾਬ ਦੇ ਦਿਓ। ਜਿਹੜੀ ਗੱਲ ਕਹਿ ਸਕਦੇ ਲੇਕਿਨ ਗੁਰੂਵਰ ਸਾਹਿਬ ਇਹ ਸਮਾਗਮ ਨਹੀਂ ਹੋਣੇ ਚਾਹੀਦੇ? ਸਮਾਗਮ ਹੋਣੇ ਚਾਹੀਦੇ ਨੇ ਤਰੀਕੇ ਦੇ ਨਾਲ। ਕੀ ਤਰੀਕਾ? ਤੁਸੀਂ ਤਰੀਕਾ ਦੱਸੋ ਨਾ, ਤਰੀਕਾ ਦੱਸੋ ਫਿਰ ਉਹੀ ਪੁੱਛੀਏ ਨਾ। ਵੇਸਟੇਜ ਆਫ ਮਨੀ ਹੈਗੀ ਹੈ ਜਿੱਥੇ ਆਤਿਸ਼ਬਾਜ਼ੀ ਨਹੀਂ ਹੋਣੀ ਚਾਹੀਦੀ, ਵੱਡੇ ਸਪੀਕਰ ਨਹੀਂ ਲੱਗਣੇ ਚਾਹੀਦੇ, ਹੋਰ ਕੀ ਨਹੀਂ ਹੋਣਾ ਚਾਹੀਦਾ? ਐਜੂਕੇਸ਼ਨ ਦਾ ਮਟੀਰੀਅਲ ਵੰਡਿਆ ਜਾਣਾ ਚਲੋ ਠੀਕ ਹੈ। ਕਲਮੋਹਨ ਜੀ ਇਹਦੇ ਤੇ ਕੰਮ ਕਰੋ ਤੁਸੀਂ। ਉਹ ਕਹਿ ਰਹੇ ਆਤਿਸ਼ਬਾਜ਼ੀ ਨਹੀਂ ਹੋਣੀ ਚਾਹੀਦੀ, ਉਹ ਕਹਿ ਰਹੇ ਵੱਡੇ ਸਪੀਕਰ ਨਹੀਂ ਲੱਗਣੇ ਚਾਹੀਦੇ। ਆਤਿਸ਼ਬਾਜ਼ੀ ਬੰਦ ਕਰ ਦਿੱਤੀ ਗਈ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਪਿੱਛੇ ਪੋਲਿਊਸ਼ਨ ਹੋਇਆ ਇੱਥੋਂ ਤੱਕ ਕਿ ਅਸੀਂ ਸਾਡਾ ਫਰਜ਼ ਨਹੀਂ ਸੀ ਕਿ ਗਵਰਨਮੈਂਟ ਦਾ ਕੰਮ ਸੀ, ਦਿੱਲੀ ਗਵਰਨਮੈਂਟ ਦਾ ਕੰਮ ਸੀ ਜਿਹਦੇ ਕਦੀ ਸਾਰੇ ਹੋਣੇ ਨੇ, ਉੱਥੇ ਅਸੀਂ ਆਪ ਮਾਸਕ ਫ੍ਰੀ ਵੰਡੇ ਨੇ ਲੋਕਾਂ ਨੂੰ ਦੇਣ ਵਾਸਤੇ। ਉਹ ਕਹਿ ਰਹੇ ਐਜੂਕੇਸ਼ਨ ਦਾ ਮਟੀਰੀਅਲ ਵੰਡਣਾ ਚਾਹੀਦਾ ਤੁਹਾਨੂੰ। ਐਜੂਕੇਸ਼ਨ ਦਾ ਮਟੀਰੀਅਲ ਵੰਡਿਆ, ਉਹ ਕਿੰਨਾ ਵੰਡਿਆ ਦੱਸੋ? ਕਿੰਨਾ ਐਜੂਕੇਸ਼ਨ ਮਟੀਰੀਅਲ ਕਿੰਨਾ ਵੰਡਿਆ? ਐਜੂਕੇਸ਼ਨ ਦਾ ਮਟੀਰੀਅਲ ਤੇ ਐਪਰੋਪਰੀਏਟ ਫੋਰਮ ਤੇ ਵੰਡਿਆ ਜਾਏਗਾ ਨਾ ਜੀ। ਪੇਪਰਾਂ ਦੇ ਉੱਤੇ ਤੁਸੀਂ ਲਿਖ ਕੇ ਵੰਡਿਆ ਕਿ ਆਤਿਸ਼ਬਾਜ਼ੀ ਕਰਨੀ ਠੀਕ ਨਹੀਂ ਹੈ ਜੀ, ਇਹਦੇ ਨਾਲ ਪੋਲਿਊਸ਼ਨ ਹੁੰਦਾ ਹੈ। 12 ਦੇ ਅੰਦਰ ਆਇਆ ਸਾਰਾ ਕੁਝ ਛਪਿਆ। ਦਿਖਾਓ। ਚਲੋ ਜੇ ਗੁਰੂਵਰ ਸਾਹਿਬ ਪ੍ਰੈਕਟੀਕਲ ਗੱਲ ਹੈ। ਜਿਹੜੀ ਪਾਰਟੀ ਦੀ ਤੁਸੀਂ ਗੱਲ ਕਰਦੇ ਹੋ ਬਣਾਈ ਤੁਸੀਂ ਉਹ ਤੋਂ ਤੁਸੀਂ ਦੇਖੋ ਹੁਣ ਤੁਸੀਂ ਮੁੱਦਾ ਨਾ ਪਟਕਾਓ। ਮੈਂ ਪਹਿਲੇ ਕਹਿ ਚੁੱਕਾ ਜੀ ਮੈਂ ਟਰੈਕਟਰ ਦੀ ਕੋਈ ਇੱਥੇ ਉਹ ਨਹੀਂ ਕਰ ਸਕਦਾ। ਤੁਸੀਂ ਆਪਣਾ ਪੱਲਾ ਝਾੜ ਗਏ। ਤੁਸੀਂ ਸਾਰਿਆਂ ਨੇ ਮੁੱਦੇ ਪਟਕਾਏ ਆ, ਉਸ ਤੋਂ ਬਾਅਦ ਇਲਜ਼ਾਮ ਮੇਰੇ ਤੇ ਲੱਗ ਜਾਂਦੇ ਆ। ਮੈਨੂੰ ਇਹ ਲੱਗਦਾ ਕਿ ਮੈਨੂੰ ਸਵਾਲ ਨਹੀਂ ਕਰਨਾ ਚਾਹੀਦਾ ਤੁਹਾਡੇ ਲੋਕਾਂ ਤੋਂ। ਮੈਨੂੰ ਲੱਗਦਾ ਕਿਉਂਕਿ ਜਿਹੜੀ ਸੇਵਾ ਦੀ ਗੱਲ ਹੋ ਰਹੀ ਹੈ, ਸਿੱਖੀ ਦੀ ਗੱਲ ਹੋ ਰਹੀ ਹੈ, ਉਸ ਦੀ ਤਾਂ ਗੱਲ ਹੀ ਨਹੀਂ ਕਰਨ ਨੂੰ ਤਿਆਰ ਹੈਗੇ ਅਸੀਂ।
ਤੇ ਫਿਰ ਤਾਂ ਮੈਂ ਨਹੀਂ ਬਿਲਕੁਲ ਠੀਕ ਹੈ ਜੀ, ਇਹਨਾਂ ਦੀ ਗੱਲ ਹੈ ਠੀਕ ਹੈਗੀ ਹੈ ਜੀ ਕਿ ਪੈਸੇ ਬਰਬਾਦ ਅਸੀਂ ਕਰਾਂਗੇ ਪਰ ਮੰਨਾਂਗੇ ਨਹੀਂ। ਅਸੀਂ ਉਹਨੂੰ ਵੀ ਇੱਕ ਢਾਲ ਦੇ ਪਿੱਛੇ ਰੱਖ ਲਾਂਗੇ ਕਿ ਅਸੀਂ ਗੁਰਪੁਰਬ ਮਨਾਇਆ। ਜੇ ਅਗਰ ਅਸੀਂ ਗੱਲ ਕਰਦੇ ਹਾਂ ਸਾਥ ਸੇਵਾ ਕੀਤੀ ਸਫਲ ਹੈ ਜੀ, ਸਤਿਗੁਰੂ ਦਾ ਮਨ ਮੰਨੇ ਨਹੀਂ, ਸਾਡਾ ਮਨ ਮੰਨੇ ਦੀ ਗੱਲ ਕਰਨਗੇ ਫਿਰ ਕਹਿਣਗੇ ਕਿ ਅਸੀਂ ਗੁਰਪੁਰਬ ਮਨਾਇਆ। ਮੈਂ ਇਹ ਕਹਿ ਰਿਹਾ ਮੈਨੂੰ ਲੱਗਦਾ ਇਹਨਾਂ ਮੁੱਦਿਆਂ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਜੋ ਮੇਰੀ ਨਿੱਜੀ ਰਾਏ ਹੈਗੀ ਆ। ਚਾਹੇ ਸਰਨਾ ਧੜਾ ਪਾਵਰ ਚ ਆਉਂਦਾ, ਚਾਹੇ ਬਾਦਲ ਧੜਾ ਪਾਵਰ ਚ ਆਉਂਦਾ, ਚਾਹੇ ਤੁਸੀਂ ਹੁਣ ਮੈਨੂੰ ਲੱਗਦਾ ਪਾਵਰ ਚ ਕੀ ਹੋਣਾ। ਨਹੀਂ ਮੈਂ ਇਹੋ ਜੀ ਕੋਈ ਇਹੋ ਜੀ ਫੀਚਰ ਨਹੀਂ ਦੇ ਰਿਹਾ, ਮੈਂ ਕਿਸੇ ਨੂੰ ਰਿਪਰੈਜ਼ੈਂਟ ਕਰ ਨਹੀਂ ਰਿਹਾ। ਮੈਂ ਦਿੱਲੀ ਦੀ ਸੰਗਤ ਇਹੋ ਜਿਹੇ ਸਮਾਗਮ ਤਾਂ ਇਕੱਠੇ ਹੋ ਕੇ ਕਰਨੇ ਚਾਹੀਦੇ ਮੈਨੂੰ ਲੱਗਦਾ, ਇੱਕ ਦੂਜੇ ਨੂੰ ਕੌਨਫੀਡੈਂਸ ਦੇ ਵਿੱਚ ਲੈਣਾ ਚਾਹੀਦਾ। ਮੇਰੀ ਨਿੱਜੀ ਰਾਏ ਹੈਗੀ। ਮਾਈਂਡ ਨਾ ਕਰਨਾ ਸਰ, ਜਦੋਂ ਸਮਾਗਮ ਹੋਇਆ ਤੇ ਸੰਗਤ ਤੇ ਸਿੱਖ ਸੰਗਤ ਹੀ ਆਈ ਨਾ, ਉੱਥੇ ਕੋਈ ਪੋਲੀਟੀਕਲ ਸੰਗਤ ਤੇ ਨਹੀਂ ਆਈ ਨਾ। ਮੈਂ ਕਹਿ ਰਿਹਾ ਵਾਂ ਸਿੱਖ ਸੰਗਤ ਵੀ ਆਈ, ਪਰ ਉਹਦਾ ਆਊਟਕਮ ਹੋਇਆ ਅਸੀਂ ਆਪਣੇ ਸਿੱਖ ਵਿਰਸੇ ਨੂੰ, ਅਸੀਂ ਆਪਣੇ ਬੱਚਿਆਂ ਨੂੰ ਨਹੀਂ ਪਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਕੌਣ ਸੀ। ਕਿਹਨੂੰ ਪਤਾ ਸੀ? ਹੋਰ ਹੋ ਸਕਦੇ ਉਹ ਤੇ ਹਰ ਪਾਰਟੀ ਦਾ ਆਪਣਾ ਇੱਕ ਮਕਸਦ। ਬਹੁਤ ਵੱਡੇ ਇੱਕ ਫਿਲਮਕਾਰ ਨੇ ਇੱਕ ਫਿਲਮ ਬਣਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਈਫ ਦੇ ਉੱਤੇ, ਕੀ ਅਸੀਂ ਉਹਨੂੰ ਦਿਖਾ ਕੇ ਉਸ ਦੇ ਨਾਲ ਨਹੀਂ ਕਰ ਸਕਦੇ ਸੀਗੇ? ਅਸੀਂ ਐਕਚੁਅਲੀ ਦੇ ਅੰਦਰ ਵੱਡੇ ਸਪੀਕਰ ਔਰ ਬਹੁਤ ਵੱਡਾ ਗਰੋਵਰ ਸਾਹਿਬ ਸਾਰੇ ਮੁੱਦੇ ਹੈਗੇ ਆ, ਸਾਰੇ ਮੁੱਦੇ ਹੈਗੇ। ਚਲੋ ਵੀ ਆਪਾਂ ਵਿਰੋਧ ਕਰਨਾ ਹੈ, ਚਲੋ ਤੁਸੀਂ ਬੋਲੋਗੇ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਅਗਰ ਸਮਾਰੋਹ ਅਗਰ ਮੰਨਿਆ, ਨਿਤੇਸ਼ ਕੁਮਾਰ ਜੀ ਨੇ ਅਗਰ ਕੁਝ ਚੀਜ਼ਾਂ ਉਹ ਵੀ ਗਲਤ ਹੋਇਆ। ਕੁਮਾਰ ਨੇ 100 ਕਰੋੜ ਰੁਪਏ ਖਰਚ ਕਰਕੇ ਉਹ ਵੀ ਗੁਰੂ ਗੋਬਿੰਦ ਸਿੰਘ ਨੇ ਵੈਰੀਫਾਈ ਕੀਤਾ ਹੈ ਪੈਸਾ। ਪ੍ਰਕਾਸ਼ ਸਿੰਘ ਬਾਦਲ ਨੇ ਵੈਰੀਫਾਈ ਕਰ ਚੁੱਕੇ ਹਾਂ। ਚਲੋ ਚੜਾ ਸਾਹਿਬ ਗਰੋਵਰ ਸਾਹਿਬ ਕਲਮੋਹਨ ਜੀ ਵਕਤ ਖਤਮ ਹੋ ਗਿਆ ਆਪਣਾ। ਬਹੁਤ ਧੰਨਵਾਦ ਤੁਹਾਡਾ ਸਾਰੇ ਮਹਿਮਾਨਾਂ ਦਾ, ਬਹੁਤ ਧੰਨਵਾਦ। ਕਲਮੋਹਨ ਜੀ ਤੁਹਾਡਾ ਬਹੁਤ ਧੰਨਵਾਦ, ਗਰੋਵਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੇ ਚੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੇ ਗੁਰਦਰਸ਼ਨ ਸਿੰਘ ਢਿੱਲੋਂ ਜਿਹੜੇ ਸਰਨਾ ਧੜੇ ਦੇ ਨੁਮਾਇੰਦੇ ਸਾਡੇ ਨਾਲ ਮੌਜੂਦ ਸਨ, ਤੇ ਉਹ ਇੱਥੋਂ ਉੱਠ ਕੇ ਗਏ ਆ। ਇਹ ਉਹਨਾਂ ਦਾ ਫੈਸਲਾ ਹੈ। ਕਿਆ ਅਸੀਂ ਚਰਚਾ ਇੰਪਾਰਸ਼ਲ ਕੀਤੀ ਹੈ, ਪਾਰਸ਼ਲ ਕੀਤੀ ਹੈ, ਇਹ ਫੈਸਲਾ ਤੁਸੀਂ ਕਰਨਾ, ਕਿਉਂਕਿ ਸਾਰੇ ਹੱਕ ਤੁਹਾਡੇ ਲਈ ਰਾਖਵੇਂ ਆ। ਮੈਂ ਇੱਥੇ ਚਰਚਾ ਤੁਹਾਡੇ ਲਈ ਕਰਨ ਬੈਠਦਾ, ਕਿਸੇ ਪਾਰਟੀ ਦੇ ਲਈ। ਇਹ ਮੈਂ ਪਲੇਟਫਾਰਮ ਤੇ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ, ਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ, ਜਿਹੜੀ ਚੀਜ਼ ਦਾ ਸਾਡੇ ਮਹਿਮਾਨਾਂ ਨੂੰ ਨਾ ਪਤਾ ਹੋਵੇ ਉਹ ਸਵਾਲ ਤੋਂ ਪਿੱਛੇ ਹਟ ਜਾਣ ਤਾਂ ਚੰਗੀ ਗੱਲ ਹੈ, ਨਾ ਕਿ ਇਹ ਕਹਿਣ ਕਿ ਇੰਪਾਰਸ਼ੈਲਿਟੀ ਹੋ ਰਹੀ ਹੈ। ਇਹੋ ਜਿਹੇ ਭਾਰੀ ਭਰਕਮ ਸ਼ਬਦ ਆ ਜਿਹੜੇ ਉਹ ਕਲਾਸਰੂਮਸ ਦੇ ਵਿੱਚ ਵਧੀਆ ਲੱਗਦੇ ਆ, ਜਿੱਥੇ ਲੈਕਚਰ ਦਿੱਤੇ ਜਾਣ। ਇੱਥੇ ਲੈਕਚਰ ਨਹੀਂ ਦਿੱਤੇ ਜਾ ਸਕਦੇ, ਇੱਥੇ ਸਵਾਲਾਂ ਦਾ ਜਵਾਬ ਦੇਣੇ ਪੈਂਦੇ ਆ, ਤੇ ਸਵਾਲ ਮੈਂ ਪੁੱਛਦਾ ਰਹੂੰਗਾ ਜਿੰਨੀ ਵਾਰ ਮਰਜ਼ੀ ਉਂਗਲ ਚੱਕ ਲੈਣ ਸਾਡੇ ਮਹਿਮਾਨ। ਬਹੁਤ ਧੰਨਵਾਦ।